ਇੱਥੇ ਸਾਨੂੰ ਇੱਕ ਛੋਟੀ ਜਿਹੀ ਇੱਕ ਕਹਾਣੀ ਯਾਦ ਆ ਰਹੀ ਹੈ ਜੋ ਸਾਨੂੰ ਗਿਆਨ ਦੇਣ ਵਾਸਤੇ ਬਣਾਈ ਗਈ ਹੈ। ਹੁਣ ਜਰਾ ਤੁਸੀਂ ਵੀ ਚੈੱਕ ਕਰਨਾ ਕਿ ਕਿਤੇ ਕਹਾਣੀ ਸਾਡੇ ਜੀਵਨ ਨਾਲ ਜਾਨੀ ਤੁਹਾਡੇ ਜੀਵਨ ਨਾਲ ਤਾਂ ਨਹੀਂ ਜੁੜੀ ਹੋਈ। ਜਰਾ ਚੈੱਕ ਕਰਨਾ ਹੈ ਕਿ ਇੱਕ ਵਾਰ ਨਾ ਫਕੀਰ ਇੱਕ ਜੰਗਲ ਦੇ ਵਿੱਚ ਸਫ਼ਰ ਕਰਦੇ ਕਰਦੇ ਆ ਕੇ ਬੈਠੇ ਤਾਂ ਜਦੋਂ ਨਗਰ ਦੇ ਲੋਕਾਂ ਨੂੰ ਪਤਾ ਲੱਗਾ ਕਿ ਨਗਰ ਦੇ ਵਿੱਚ ਇੱਕ ਫਕੀਰ ਆਏ ਹੈ, ਜੰਗਲ ਚੋਂ ਆਏ ਫਕੀਰ ਨਗਰ ਦੇ ਵਿੱਚ ਇਬਾਦਤ ਕਰਕੇ ਬੰਦਗੀ ਕਰਕੇ, ਤਾਂ ਨਗਰ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਨਗਰ ਵਿੱਚ ਫਕੀਰ ਆਏ ਹੈ ਤਾਂ ਉਸ ਵੇਲੇ ਕਹਿੰਦੇ ਨਗਰ ਦੇ ਲੋਕ ਫਕੀਰਾਂ ਦੇ ਦਰਸ਼ਨ ਕਰਨ ਆਏ ਔਰ ਨਾਲ ਦੇ ਪਿੰਡਾਂ ਵਾਲਿਆਂ ਨੂੰ ਪਤਾ ਲੱਗਾ ਕਿ ਕੋਈ ਕਰਨੀ ਵਾਲੇ ਫਕੀਰ ਆ, ਉਹ ਵੀ ਦਰਸ਼ਨ ਕਰਨ ਵਾਸਤੇ ਆਏ। ਤਾਂ ਉਹਨਾਂ ਵਿੱਚ ਨਾ ਦੋ ਨੌਜਵਾਨ ਸੀ, ਇੱਕ ਕਿਸੇ ਨਗਰ ਦਾ, ਦੂਜਾ ਕਿਸੇ ਹੋਰ ਨਗਰ ਦਾ। ਦੋਨੇ ਫਕੀਰਾਂ ਦੇ ਕੋਲ ਆਏ ਔਰ ਕਹਿਣ ਲੱਗੇ, ਮਹਾਰਾਜ ਅਸੀਂ ਬੜੇ ਦੁਖੀ ਹਾਂ, ਬੜੇ ਗਰੀਬ ਹਾਂ, ਦੱਸੋ ਸਾਨੂੰ ਕੀ ਕਰਨਾ ਚਾਹੀਦਾ ਜਿਹੜਾ ਜੀਵਨ 'ਚ ਕਾਮਯਾਬੀ ਮਿਲੇ। ਫਕੀਰਾਂ ਨੇ ਉਹਨਾਂ ਨੂੰ ਦੇਖਿਆ, ਦੇਖ ਕੇ ਫਕੀਰਾਂ ਨੇ ਦੋਨਾਂ ਦੀ ਤਰਫ ਦੇਖ ਕੇ ਕਿਹਾ ਕਿ ਬੇਟਾ ਤੁਹਾਡੇ ਵਾਸਤੇ ਬਿਹਤਰ ਰਹੇਗਾ ਕਿ ਤੁਸੀਂ ਨਾ ਮੱਝ ਖਰੀਦ ਕੇ ਉਹਦਾ ਦੁੱਧ ਵੇਚਣਾ ਸ਼ੁਰੂ ਕਰੋ, ਉਹ 'ਚ ਬਰਕਤ ਹੋਏਗੀ। ਕਿਉਂਕਿ ਕਈ ਵਾਰ ਫਕੀਰ ਇਸ਼ਾਰਾ ਕਰ ਦਿੰਦੇ ਆ, ਇਹ ਕਹਾਣੀ ਸਮਝਾਉਣ ਵਾਸਤੇ ਜਰਾ ਸਮਝਣਾ ਤੁਸੀਂ। ਹੁਣ ਕਿਹਾ ਜਾਂਦਾ ਹੈ ਕਿ ਦੋਨੇ ਹੀ ਗਰੀਬ ਸੀ, ਦੋਨਾਂ ਨੇ ਕਿਹਾ ਮਹਾਰਾਜ ਮੱਝ ਖਰੀਦਣ ਦੇ ਵੀ ਪੈਸੇ ਹੈ ਨਹੀਂ ਸਾਡੇ ਕੋਲ। ਫਕੀਰ ਕਹਿੰਦੇ ਕਿਸੇ ਤਰ੍ਹਾਂ ਖਰੀਦੋ, ਉਧਾਰ ਲੈ ਕੇ ਖਰੀਦੋ, ਕੁਛ ਵੀ ਕਰਕੇ ਮੱਝ ਖਰੀਦੋ, ਬੜੀ ਬਰਕਤ ਹੋਏਗੀ। ਹੁਣ ਦੋਨੇ ਫਕੀਰਾਂ ਕੋ ਬਾਕ ਲੈ ਕੇ ਚਲੇ ਗਏ। ਇੱਕ ਨੌਜਵਾਨ ਗਿਆ, ਜਾ ਕੇ ਉਹਨੇ ਆਪਣੀ ਘਰ ਵਾਲੀ ਨੂੰ ਦੱਸਿਆ ਤਾਂ ਘਰ ਵਾਲੀ ਨੇ ਕਿਹਾ ਦੇਖੋ ਜੀ, ਜੇ ਫਕੀਰਾਂ ਨੇ ਵਚਨ ਕੀਤੇ ਆ ਨਾ ਤਾਂ ਕਹਿੰਦੇ ਸਾਧੂ ਬੋਲੇ ਸਹਿ ਸੁਭਾਓ ਸਾਧੂ ਕਾ ਬੋਲਾ ਬਿਰਥਾ, ਫਿਰ ਤਾਂ ਸਾਨੂੰ ਮੱਝ ਖਰੀਦ ਲੈਣੀ ਚਾਹੀਦੀ ਹੈ। ਏਦਾਂ ਕਰੋ, ਆਂਢੀਆਂ ਗੁਆਂਢੀਆਂ ਨੂੰ ਪੁੱਛੋ ਕੋਈ ਉਧਾਰ ਮਿਲ ਜਾਵੇ, ਕਿਤੇ ਉਹ ਕੁਝ ਵੀ ਹੋ ਜਾਵੇ, ਜੇ ਨਹੀਂ ਤਾਂ ਘਰ ਹੀ ਗਿਰਵੀ ਰੱਖ ਕੇ ਮੱਝ ਖਰੀਦ ਲਓ। ਵਿਸ਼ਵਾਸ, ਇੱਕ ਯਕੀਨ। ਹੁਣ ਕਹਿੰਦੇ ਐ ਕਿ ਜਦੋਂ ਘਰ ਵਾਲੀ ਨੇ ਕਿਹਾ, ਹਿੰਮਤ ਮਿਲੀ ਇੱਕ ਸੇਠ ਕੋ ਗਿਆ, ਸੇਠ ਕੋਲੋਂ ਉਧਾਰੇ ਪੈਸੇ ਲੈ ਲਏ ਔਰ ਮੱਝ ਖਰੀਦ ਕੇ ਲਿਆਂਦੀ। ਜਦੋਂ ਮੱਝ ਖਰੀਦ ਕੇ ਲਿਆਂਦੀ ਤਾਂ ਉਹਦੇ ਦੁੱਧ 'ਚ ਇੰਨੀ ਬਰਕਤ ਹੋਈ ਕਿ ਦੁੱਧ ਵੇਚਦੇ ਹੈ ਤਾਂ ਪੈਸੇ ਆਣੇ ਸ਼ੁਰੂ ਹੋ ਗਏ। ਔਰ ਦੇਖਿਆ ਮਹੀਨੇ 6 ਮਹੀਨਿਆਂ 'ਚ ਹੀ ਕਰਜ਼ਾ ਵੀ ਉਤਰ ਗਿਆ ਤੇ ਇੱਕ ਮੱਝ ਹੋਰ ਵੀ ਖਰੀਦ ਲਈ। ਕਹਿੰਦੇ ਕਰਦਿਆਂ 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 ਇੰਨੀ ਬਰਕਤ ਹੋਈ, ਇੰਨਾ ਵਾਧਾ ਹੋਇਆ। ਕਿਉਂਕਿ ਯਾਦ ਰੱਖੋ, ਕਿਹਾ ਜਾਂਦਾ ਨਾ ਮਿਹਨਤ ਮੇਰੀ ਤਾਂ ਰਹਿਮਤ ਤੇਰੀ। ਮਿਹਨਤ ਬੰਦਾ ਕਰਦਾ, ਰਹਿਮਤ ਜਦੋਂ ਉਹਦੀ ਹੁੰਦੀ ਹੈ ਤਾਂ ਫਿਰ ਕੰਮ 'ਚ ਵਾਧਾ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ, ਬਰਕਤਾਂ ਵੀ ਆਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਇਨਸਾਨ ਨੂੰ ਕਮੀ ਵੀ ਕੋਈ ਨਹੀਂ ਰਹਿੰਦੀ। ਹੁਣ ਦੇਖਦਿਆਂ ਦੇਖਦਿਆਂ ਇੱਕ ਮੱਝ ਤੋਂ ਦੋ, ਦੋ ਤੋਂ ਤਿੰਨ, ਤਿੰਨ ਤੋਂ ਚਾਰ, ਚਾਰ ਤੋਂ ਪੰਜ। ਹੁਣ ਕਹਿੰਦੇ ਇੱਕ ਡੈਰੀ ਫਾਰਮ ਹੀ ਖੋਲ ਲਿਆ ਉਹਨੇ। ਹੁਣ ਤਾਂ ਸਪਲਾਈ ਪਿੰਡ ਤੋਂ ਸ਼ਹਿਰ ਤੱਕ ਪਹੁੰਚ ਗਈ, ਅਮੀਰ ਹੋ ਗਿਆ, ਨੌਕਰ ਰੱਖ ਲਏ। ਹੁਣ ਇਸੇ ਤਰ੍ਹਾਂ ਜ਼ਿੰਦਗੀ ਉਹਦੀ ਜਾ ਰਹੀ ਹੈ। ਤਾਂ ਇੱਕ ਦਿਨ ਉਹਦੇ ਬੈਠੇ ਬੈਠੇ ਮਨ 'ਚ ਖਿਆਲ ਆਇਆ ਕਿ ਮੇਰੇ ਨਾਲ ਇੱਕ ਹੋਰ ਆਦਮੀ ਵੀ ਗਿਆ ਸੀ ਫਲਾਣੇ ਪਿੰਡ ਦਾ, ਉਹਨਾਂ ਵੀ ਫਕੀਰਾਂ ਤੋਂ ਪੁੱਛਿਆ ਸੀ, ਫਕੀਰਾਂ ਨੇ ਉਹਨੂੰ ਵੀ ਮੱਝ ਬਾਰੇ ਕਿਹਾ ਸੀ, ਉਹ ਹਾਲੇ ਤੱਕ ਉਹਨੂੰ ਕਦੀ ਦੇਖਿਆ ਨਹੀਂ ਦੁੱਧ ਵੇਚਦੇ ਨੂੰ, ਉਹਦਾ ਕਦੀ ਨਾਮ ਹੀ ਨਹੀਂ ਸੁਣਿਆ। ਹੁਣ ਮੇਰਾ ਨਾਮ ਤਾਂ ਸ਼ਹਿਰਾਂ ਤੱਕ ਪਹੁੰਚ ਗਿਆ, ਜਰਾ ਦੇਖਾਂ ਸ਼ਾਇਦ ਕਿਤੇ ਵਿਦੇਸ਼ਾਂ ਤੱਕ ਨਾ ਪਹੁੰਚਿਆ ਹੋਵੇ ਉਹ, ਕਿਉਂਕਿ ਇੱਥੇ ਲਾਗੇ ਛਾਗੇ ਨਜ਼ਰ ਹੀ ਨਹੀਂ ਆਉਂਦਾ। ਮਨ 'ਚ ਆਇਆ ਜਾਣਕਾਰੀ ਵਾਸਤੇ। ਕਹਿੰਦੇ ਉਹ ਨਾ ਸਾਲ 2 ਸਾਲ ਬਾਅਦ ਉਹ ਪਿੰਡ ਨੂੰ ਚਲਾ ਗਿਆ ਕਿ ਦੂਜੇ ਆਦਮੀ ਨੇ ਵੀ ਮੇਰੇ ਨਾਲ ਹੀ ਫਕੀਰਾਂ ਨੂੰ ਪੁੱਛਿਆ ਜਰਾ ਦੇਖਾਂ ਉਹਦਾ ਕੀ ਬਣਿਆ। ਜਦੋਂ ਗਿਆ ਤਾਂ ਕੀ ਦੇਖਿਆ, ਜਦੋਂ ਦੇਖਿਆ ਉਹਨੂੰ ਤਾਂ ਅੱਜ ਵੀ ਫਟੇ ਹਾਲ ਕੱਖਾਂ ਦੀ ਕੁੱਲੀ ਮੋਰੇ ਬੈਠਾ ਆਪਣੀ ਕਿਸਮਤ ਦਾ ਰੋਣਾ ਰੋ ਰਿਹਾ ਹੈ। ਉਹ ਆਦਮੀ ਬੜਾ ਹੈਰਾਨ ਹੋਇਆ, ਅਮੀਰ ਆਦਮੀ, ਕਿਉਂਕਿ ਹੁਣ ਗੱਡੀ 'ਚ ਗਿਆ ਸੀ, ਗੱਡੀ ਜਾ ਕੇ ਘਰ ਦੇ ਮੋਰੇ ਖੜੀ ਕੀਤੀ। ਇੱਧਰ ਉਹ ਆਦਮੀ ਨੇ ਵੀ ਦੇਖਿਆ ਕਿ ਇੱਕ ਕੋਈ ਸੇਠ ਗੱਡੀ 'ਚ ਉਤਰਿਆ, ਉਹ ਵੀ ਉੱਠ ਕੇ ਹੱਥ ਜੋੜ ਕੇ ਖੜ ਗਿਆ। ਇਹ ਸੇਠ ਕੌਣ ਹੈ? ਤਾਂ ਇਹਨਾਂ ਕਿਹਾ ਪਛਾਣਿਆ ਨਹੀਂ, ਉਹ 2 ਸਾਲ ਪਹਿਲਾਂ ਹੀ ਫਕੀਰਾਂ ਕੋਲ ਇਕੱਠੇ ਹੀ ਗਏ ਸੀ। ਤਾਂ ਫਕੀਰਾਂ ਨੇ ਸਾਨੂੰ ਦੋਨਾਂ ਨੂੰ ਕਿਹਾ ਸੀ ਮੱਝ ਖਰੀਦ ਲਓ, ਦੁੱਧ ਵੇਚੋ, ਬੜਾ ਕੰਮ 'ਚ ਬਰਕਤ ਹੋਏਗੀ। ਉਹ ਮੈਂ ਫਕੀਰਾਂ ਦਾ ਹੁਕਮ ਮੰਨ ਕੇ ਇੱਥੇ ਪਹੁੰਚ ਗਿਆ, ਤੂੰ ਉਹ ਤੇਰਾ ਹਾਲ ਇਹੀ, ਤੂੰ ਮੱਝ ਨਹੀਂ ਖਰੀਦੀ ਸੀ। ਕਹਿੰਦਾ ਯਾਰ ਕੀ ਦੱਸਾਂ, ਜਦੋਂ ਮੈਂ ਫਕੀਰਾਂ ਕੋਲ ਗਿਆ ਸੀ ਨਾ ਤਾਂ ਫਕੀਰਾਂ ਨੇ ਕਿਹਾ ਮੱਝ ਖਰੀਦ ਲਈ, ਤਾਂ ਮੈਂ ਵੀ ਘਰ ਆਇਆ, ਘਰ 'ਚ ਗਰੀਬੀ ਸੀ, ਪੈਸੇ ਹੈ ਨਹੀਂ ਸੀ ਮੱਝ ਖਰੀਦਣ ਦੇ। ਮੈਂ ਆ ਕੇ ਆਪਣੀ ਘਰ ਵਾਲੀ ਨੂੰ ਪੁੱਛਿਆ ਕਿ ਭਾਗਵਾਨ ਨੇ ਫਕੀਰਾਂ ਨੇ ਕਿਹਾ ਹੈ ਮੱਝ ਖਰੀਦ ਲੈ, ਬੜੀ ਬਰਕਤ ਹੋਏਗੀ ਦੁੱਧ 'ਚ, ਕੋਈ ਕਮੀ ਨਹੀਂ ਰਹੇਗੀ। ਪੈਸੇ ਤਾਂ ਹੈ ਨਹੀਂ, ਕੀ ਗੁਆਂਢੀਆਂ ਤੋਂ ਮੰਗ ਕੇ ਜਾਂ ਕਿਤੇ ਵਿਆਜੂ ਪੈਸਾ ਲੈ ਕੇ ਜਾਂ ਘਰ ਵੇਚ ਕੇ ਮੱਝ ਲੈ ਲਵਾਂ। ਤਾਂ ਘਰ ਵਾਲੇ ਨੇ ਪਤਾ ਕੀ ਕਿਹਾ, ਲੈ ਮੱਝ ਦਾ ਕੋਈ ਭਰੋਸਾ ਜੇ ਕੱਲ ਨੂੰ ਮਰ ਗਈ ਫਿਰ ਹੈ, ਜੇ ਮੱਝ ਮਰ ਗਈ ਫਿਰ ਉਧਾਰ ਚੜੇਗਾ ਸਿਰ, ਆ ਘਰ ਹੁਣ ਆਪਣਾ ਆ, ਫਿਰ ਗਿਰਵੀ ਰੱਖਾਂਗੇ, ਫਿਰ ਕਿਸ਼ਤਾਂ ਭਰਨੀਆਂ ਪੈਣਗੀਆਂ, ਮੱਝ ਦਾ ਕੀ ਭਰੋਸਾ, ਮੱਝ ਦਾ ਕੱਲ ਨੂੰ ਮਰ ਜਾਵੇ। ਜਰਾ ਹੁਣ ਸਮਝਣਾ ਸਾਰਿਆਂ ਨੇ। ਹੁਣ ਕਹਿੰਦੇ ਜਦੋਂ ਘਰ ਵਾਲੀ ਇੰਨੀ ਗੱਲ ਕਹੀ ਤਾਂ ਮੈਂ ਕਿਹਾ ਗੱਲ ਤਾਂ ਸੱਚੀ ਹੈ, ਜੇ ਮੱਝ ਮਰ ਗਈ ਤਾਂ ਫਿਰ ਸੱਚੀ ਗੱਲ ਹੈ, ਸਿਰ ਤੇ ਹੋਰ ਕਰਜ਼ਾ ਚੜ ਜਾਣਾ। ਭਾਈ ਮੇਰੀ ਹਿੰਮਤ ਨਹੀਂ ਪਈ, ਮੇਰੀ ਹੌਸਲਾ ਨਹੀਂ ਪਿਆ ਕਿ ਜਦੋਂ 4 ਪੈਸੇ ਜੁੜਨਗੇ ਫਿਰ ਮੱਝ ਖਰੀਦਾਂਗੇ, ਉਧਾਰੇ ਚੱਕ ਕੇ ਵਿਆਜੂ ਚੱਕ ਕੇ
ਘਰ ਗਿਰਵੀ ਰੱਖ ਕੇ ਨਹੀਂ ਪੈਸੇ ਖਰੀਦਣੇ, ਕਿਉਂਕਿ ਮੱਝ ਦਾ ਕੀ ਭਰੋਸਾ ਕੱਲ ਨੂੰ ਮਰ ਜਾਵੇ। ਇਸ ਲਈ ਮੈਂ ਹਿੰਮਤ ਹੀ ਨਹੀਂ ਕੀਤੀ ਮੱਝ ਖਰੀਦਣ ਦੀ। ਤਾਂ ਉਸ ਵੇਲੇ ਉਹਨਾਂ ਕਿਹਾ, ਭਾਈ ਦੇਖ ਲੈ ਹਾਲਾਤ ਤਾਂ ਮੇਰੇ ਵੀ ਇਹ ਸੀ, ਪਰ ਮੈਂ ਸੇਠ ਤੋਂ ਉਧਾਰ ਪੈਸਾ ਲੈ ਕੇ ਮੱਝ ਖਰੀਦੀ, ਉਹ ਫਕੀਰਾਂ ਦੇ ਵਚਨ ਸੀ। ਤਾਂ ਅੱਜ ਦੇਖ ਲੈ, ਇੱਕ ਮੱਝ ਤੋਂ ਹਜ਼ਾਰਾਂ ਤੱਕ ਪਹੁੰਚ ਗਿਆ, ਔਰ ਪੈਦਲ ਤੋਂ ਕਾਰਾਂ ਤੱਕ ਪਹੁੰਚ ਗਿਆ। ਪਹਿਲਾਂ ਪੈਦਲ ਸੀ, ਹੁਣ ਕਾਰਾਂ ਤੱਕ ਪਹੁੰਚ ਗਿਆ, ਕੱਖਾਂ ਦੀ ਕੁੱਲੀਆਂ ਤੋਂ ਕੋਠੀਆਂ ਤੱਕ ਪਹੁੰਚ ਗਿਆ, ਫਕੀਰਾਂ ਦੇ ਵਚਨਾਂ ਤੇ ਵਿਸ਼ਵਾਸ ਕਰਕੇ। ਕਿਉਂਕਿ ਮੇਰੀ ਸੋਚ ਬੜੀ ਸੀ। ਬੋਲੋ ਸਮਝਦੇ ਹੋ ਕਿ ਨਹੀਂ? ਮੇਰਾ ਵਿਸ਼ਵਾਸ ਵੀ ਬੜਾ ਸੀ। ਤਾਂ ਤੇਰੀ ਸੋਚ ਕੀ ਸੀ? ਛੋਟੀ ਸੋਚ। ਇਸ ਲਈ ਸਮਝਣਾ ਜ਼ਰਾ, ਇਹ ਉਦਾਹਰਣ ਕੀ ਦੇਣਾ ਚਾਹੁੰਦੇ, ਸਮਝਾਣਾ ਕੀ ਚਾਹੁੰਦੇ ਇਸ ਕਹਾਣੀ ਤੋਂ, ਕਿ ਕਈ ਵਾਰ ਬੰਦੇ ਦੀ ਸੋਚ ਇੰਨੀ ਛੋਟੀ ਹੁੰਦੀ ਹੈ ਨਾ ਕਿ ਬੰਦਾ ਰੱਬ ਦੀਆਂ ਰਹਿਮਤਾਂ ਤੇ, ਆਪਣੇ ਪ੍ਰਮਾਤਮਾ ਤੇ ਵਿਸ਼ਵਾਸ ਹੀ ਨਹੀਂ ਕਰ ਪਾਉਂਦਾ, ਔਰ ਬੰਦੇ ਦੀ ਛੋਟੀ ਸੋਚ ਹੀ ਬੰਦੇ ਨੂੰ ਕਾਮਯਾਬ ਹੋਣ ਤੋਂ ਰੋਕ ਲੈਂਦੀ ਹੈ। ਹੁਣ ਫਰਜ਼ ਕਰੋ ਕੋਈ ਬੱਚਾ ਹੋਵੇ, ਉਹ ਕਹਿੰਦਾ ਮੈਂ ਡਾਕਟਰ ਬਣਨਾ ਹੈ, ਤਾਂ ਕੋਈ ਕਹਦੇ ਤੂੰ ਡਾਕਟਰ ਕਿੱਥੋਂ ਬਣ ਜਾਣਾ ਹੈ? ਹੁਣ ਕਈ ਪਤਨੀਆਂ ਹੁੰਦੀਆਂ ਹੈ ਹੌਸਲਾ ਦੇਣ ਵਾਲੀ, ਅੱਛਾ ਬਈ ਕਰ, ਤੂੰ ਕਾਮਯਾਬੀ ਜ਼ਰੂਰ ਮਿਲੇਗੀ। ਕਈ ਡਰਾਉਣ ਵਾਲੀਆਂ ਵੀ ਹੁੰਦੀਆਂ, ਕਈ ਡਰਾਉਣ ਵਾਲੇ ਵੀ ਹੁੰਦੇ, ਯਾਰ ਦੋਸਤ ਸੱਜਣ ਮਿੱਤਰ, ਉਹ ਛੱਡ ਓਏ, ਇਹ ਨਹੀਂ ਹੋਣਾ, ਅਗਰ ਇਦਾਂ ਹੋ ਗਿਆ ਮੱਝ ਮਰ ਗਈ ਫਿਰ। ਹੁਣ ਜਰਾ ਸਮਝ ਲੈ, ਮੱਝ ਨੂੰ ਮਾਰਨ ਵਾਲੇ ਬਹੁਤ ਹੋਣਗੇ। ਤੁਸੀਂ ਕਹੋਗੇ ਨਾ ਦੁਕਾਨ ਖੋਲ ਲਵਾਂ, ਉਹ ਜੇ ਨਾ ਚਲੀ ਫਿਰ, ਉਹ ਫਲਾਨੀ ਜਗ੍ਹਾ ਬਾਹਰਲੇ ਕੰਮ ਬਣਾਉਣ ਦੀ, ਉਹ ਜੇ ਨਾ ਬਣਿਆ ਫਿਰ। ਉਹ ਹਰ ਵੇਲੇ ਨੈਗੇਟਿਵ ਹੀ ਸੋਚਣਗੇ। ਇਹ ਯਾਦ ਰੱਖੋ ਕਿ ਜ਼ਿੰਦਗੀ ਤਾਂ ਇੱਕ ਸਾਹ ਦਾ ਨਹੀਂ ਪਤਾ ਕਿ ਅਗਲੇ ਪਲ ਜ਼ਿੰਦਗੀ ਹੋਣੀ ਹੈ ਜਾਂ ਨਹੀਂ। ਹੁਣ ਤੁਸੀਂ ਘਰ ਦੇ ਵਿੱਚ ਡਰਮੀ ਭਰ ਕੇ ਦਾਣਿਆਂ ਦੀ ਕਿਉਂ ਰੱਖ ਲੈਂਦੇ? ਉਸ ਲਈ ਨਹੀਂ ਕਹਿੰਦੇ ਉਹ ਇੰਨੇ ਦਾਣੇ ਕੀ ਕਰਨੇ, ਕੱਲ ਨੂੰ ਹੋਣਾ ਕਿ ਨਹੀਂ ਹੋਣਾ ਪਤਾ ਹੀ। ਇਸ ਲਈ ਅੱਜ ਦੇ ਡੰਗ ਦੀ ਰੋਟੀ ਖਰੀਦੋ ਨਹੀਂ, ਦਾਣੇ ਮੈਨੂੰ ਡਰਮੀਆਂ ਫੁੱਲ ਚਾਹੀਦੀਆਂ ਹੈ, ਕੱਪੜੇ ਮੈਨੂੰ ਪੂਰੇ ਅਲਮਾਰੀ ਫੁੱਲ ਚਾਹੀਦੀ ਹੈ, ਹਰ ਚੀਜ਼ ਮੈਨੂੰ ਉਹ ਚਾਹੀਦੀ ਹੈ। ਜਰਾ ਹੁਣ ਗੌਰ ਕਰ, ਪਰ ਜਦੋਂ ਰੱਬ ਦੇ ਵਿਸ਼ਵਾਸ ਦੀ ਗੱਲ ਆਉਂਦੀ ਹੈ, ਰਹਿਮਤਾਂ ਦੀ ਗੱਲ ਆਉਂਦੀ, ਤਾਂ ਫਿਰ ਬੰਦਾ ਆਪਣੀ ਸੋਚ ਨੂੰ ਬੜਾ ਛੋਟਾ ਕਰ ਦਿੰਦਾ। ਇਸ ਲਈ ਤੁਹਾਨੂੰ ਕਹਾਂਗੇ ਥਿੰਕ ਬਿਗ ਔਰ ਥਿੰਕ ਗੁੱਡ। ਹਮੇਸ਼ਾ ਅੱਛਾ ਸੋਚੋ। ਜੇ ਅੱਜ ਤੁਹਾਡੇ ਜੀਵਨ 'ਚ ਕੋਈ ਦੁੱਖ ਹੈ ਨਾ, ਅੱਜ ਤੁਹਾਡੇ ਜੀਵਨ 'ਚ ਕੋਈ ਪ੍ਰੋਬਲਮ ਹੈ, ਤਾਂ ਬੁਰਾ ਨਾ ਸੋਚੋ ਕਿ ਮੇਰੀ ਪ੍ਰੋਬਲਮ ਵਧਣੀ ਹੈ ਜਾਂ ਮੇਰੀ ਪਰੇਸ਼ਾਨੀ ਵਧਣੀ ਹੈ, ਇਹ ਮੇਰੀ ਬਿਮਾਰੀ ਵਧਣੀ ਹੈ। ਨਹੀਂ, ਕਿਉਂਕਿ ਜਦੋਂ ਅਸੀਂ ਇਹ ਸੋਚਦੇ ਹਾਂ ਤਾਂ ਇਹਦਾ ਮਤਲਬ ਸਾਡੀ ਸੋਚ ਵੀ ਛੋਟੀ ਹੈ, ਤਾਂ ਸੋਚ ਵੀ ਨੈਗੇਟਿਵ ਹੈ, ਬੁਰੀ ਸੋਚ ਹੈ ਸਾਡੀ। ਪਰ ਜਦੋਂ ਅੱਜ ਸਾਡੇ ਜੀਵਨ 'ਚ ਕੋਈ ਦੁੱਖ ਹੈ, ਅੱਜ ਸਾਡੇ ਜੀਵਨ 'ਚ ਕੋਈ ਬਿਮਾਰੀ ਹੈ, ਅੱਜ ਸਾਡੇ ਜੀਵਨ 'ਚ ਕੋਈ ਪਰੇਸ਼ਾਨੀ, ਸੋਚ ਬੜੀ ਰੱਖੋ, ਥਿੰਕ ਬਿਗ, ਕਿ ਕੋਈ ਨਹੀਂ, ਅੱਜ ਦੁੱਖ ਹੈ ਕੱਲ ਨੂੰ ਖੁਸ਼ੀ ਜ਼ਰੂਰ ਆਏਗੀ, ਅੱਜ ਪਰੇਸ਼ਾਨੀ ਹੈ ਕੱਲ ਨੂੰ ਖੁਸ਼ੀਆਂ ਜ਼ਰੂਰ ਆਣਗੀਆਂ। जिदा ही दसीदा ना कि जिनके हौसलों में जान होती है उनकी फिर ऊंची उड़ान होती है, जो झुक जाता है अपने मालिक के दर पर उसकी दुनिया में ऊंची शान होती है। कि शाना भी ओदियां उच्चियां हुंदियां, कहंदे ना मैं नीमा मेरा मुर्शद उच्चियां दे संग लाई। जदों उच्चियां नाल लावांगे तो फिर ही साडी सोच भी उच्ची होएगी, और जदों सोच उच्ची होएगी, बड़ा सोचांगे, तो याद रखो बड़ा सोचांगे तो मिलना भी बड़ा ही है। इस करके ताही ते असीं कई बार कहीदा है कि बंदा अपनी हैसियत देख के नहीं, ओदियां रहमतां देख के मंगे कि मेरे मालिक तेरियां रहमतां बेअंत है, इसलिए दे मैनू खुशी, दे मैनू कामयाबी, दे मैनू सफलता। क्योंकि परमात्मा दे कोल जाइए, अज बंदे दियां प्रार्थना भी कई बार पूरियां क्यों नहीं होंदियां, ओहदा भी कारण पता की है? ओहदा कारण पता की है? ओहदा कारण यह है, हुण जरा तुसीं सोचो कि तुसीं जिन्ने मर्जी बड़े सेठ होवो, जिन्ना मर्जी तुहाडे कोल पैसा होवे, पर अगर कोई भिखारी तुहाडे कोल मंगण आ जावे, कोई भिखारी तुहाडे दर ते मंगण आ जावे, तो तुसीं किन्ना दोगे उहनूं? 100 रुपया, 500 रुपया, 1000 रुपया, 2000, 5000, किन्ना क दोगे? बड़े तो बड़ा सेठ भी ना, उहदे दर ते कोई भिखारी चला जावे कि आ सेठ जी दे दो, भिखारी तुहाडे दर ते आया, तो सेठ भी किन्ना क दे देगा? शायद 100 रुपया उहनूं दे देवे, शायद 500 दे देवे, इन्ना ही देगा ना। ये तो नहीं होएगा 5 लाख दे देगा, 5 करोड़ दे देगा, नहीं, उन्ना ही देना है। हुण एक भिखारी अपने सेठ तो मंगदा है, तो सेठ उहनूं ओहदी हैसियत के हिसाब नाल दिंदा, 5 रुपए, 10 रुपए, 100 रुपया, 500 रुपया अपनी हैसियत के मुताबिक दे दिंदा है। पर जे उस सेठ का बेटा उहदे कोल मंगे कि पिता जी मैनूं 5 करोड़ चाहिदा है, मैनूं 5 लाख चाहिदा है, और एक लौता उहदा बेटा है, तो सेठ ने कहना बेटा सब कुछ तेरा ही तो है, अज मैं जींदा हां तां भी तेरा, कल नूं मैं मर गया तां भी तेरा हां, क्योंकि तू मेरा बेटा है, मैं तेरा पिता हां। हुण बेटा जद भी बाप तो मंगदा, एक विश्वास ना मंगदा है कि मेरा पिता है और मैं इहदा बच्चा हां, ये विश्वास ना मंगदा है। तुहानूं पता जदों
ਬਾਪ ਕੋਲੋਂ ਵਿਸ਼ਵਾਸ ਨਾ ਮੰਗਿਆ ਜਾਵੇ ਤਾਂ ਬਾਪ ਸਭ ਕੁਝ ਦੇ ਦਿੰਦਾ ਹੈ। ਅੱਜ ਗੌਰ ਕਰੋ, ਅਸੀਂ ਪਰਮਾਤਮਾ ਨੂੰ ਕੀ ਸਮਝਦੇ ਹਾਂ? ਬੰਦਾ ਪਰਮਾਤਮਾ ਕੋਲ ਤਾਂ ਕਿੱਦਾਂ ਜਾਂਦਾ? ਐ ਰੱਬਾ ਮੈਂ ਤੇਰੇ ਦਰ ਦਾ ਭਿਖਾਰੀ ਹਾਂ, ਮੈਂ ਤੇਰੇ ਦਰ ਦਾ ਮੰਗਦਾ ਹਾਂ, ਕਰਦੇ ਕਿਰਪਾ, ਕਰਦੇ ਮਿਹਰ। ਇਹ ਭਿਖਾਰੀਆਂ ਦੀ ਤਰ੍ਹਾਂ ਰੱਬ ਤੋਂ ਮੰਗਦੇ ਆ ਔਰ ਇਹ ਭੁੱਲ ਜਾਂਦੇ ਉਹ ਸਾਡਾ ਪਿਤਾ ਹੈ। ਜਦੋਂ ਅਸੀਂ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਮੇਰਾ ਪਿਤਾ ਹੈ, ਮੈਂ ਉਹਦਾ ਬੱਚਾ ਆ, ਤਾਂ ਮੈਨੂੰ ਮੰਗਣ ਦੀ ਲੋੜ ਨਹੀਂ। ਜੋ ਮੇਰੇ ਵਾਸਤੇ ਉੱਚੀ ਤਾਂ ਮੇਰੇ ਪਿਤਾ ਨੇ ਆਪਣੇ ਆਪ ਦੇਣਾ, ਹਰ ਜਗ੍ਹਾ ਮੇਰੀ ਰੱਖਿਆ ਕਰੇਗਾ, ਮੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੇਗਾ। ਜਦੋਂ ਇਹ ਵਿਸ਼ਵਾਸ ਰੱਖਾਂਗੇ ਤਾਂ ਤੁਸੀਂ ਦੇਖੋ ਜਿੰਨੀ ਤੁਹਾਡੀ ਸੋਚ ਹੈ ਉਹ ਤੋਂ ਵੀ ਜ਼ਿਆਦਾ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਣਾ ਹੈ। ਇਸ ਲਈ ਅੱਜ ਤੋਂ ਇੱਕ ਵਿਸ਼ਵਾਸ ਆਪਣੇ ਅੰਦਰ ਪੈਦਾ ਕਰੋ ਕਿ ਉਹ ਪਰਮ ਪਿਤਾ ਪਰਮਾਤਮਾ, ਜਿੱਦਾਂ ਅਸੀਂ ਕਈ ਵਾਰ ਦੱਸੀਦਾ ਕਿ ਜੀਸਸ ਕ੍ਰਾਈਸਟ ਨੇ ਕਿਹਾ ਹੈ ਕਿ I am son of the God, no evil can touch me। ਜੀਸਸ ਕ੍ਰਾਈਸਟ ਕਹਿੰਦੇ ਮੈਂ ਈਸ਼ਵਰ ਦਾ ਬੱਚਾ ਆ, ਉਹਦਾ ਬੇਟਾ ਆ, ਕੋਈ ਬੁਰੀ ਚੀਜ਼ ਮੇਰੇ ਲਾਗੇ ਨਹੀਂ ਆ ਸਕਦੀ। ਇਹ ਚੀਜ਼ ਤੁਸੀਂ ਵੀ ਆਪਣੇ ਅੰਦਰ ਵਸਾਓ ਕਿ ਅਸੀਂ ਸਾਰੇ ਆਪਣੇ ਉਸ ਮਾਲਿਕ ਦੇ ਪਰਮਾਤਮਾ ਦੇ ਬੱਚੇ ਆ, ਕੋਈ ਬੁਰੀ ਚੀਜ਼ ਸਾਡੇ ਨੇੜੇ ਨਹੀਂ ਆ ਸਕਦੀ। ਜੇ ਅੱਜ ਕੋਈ ਦੁੱਖ ਹੈ ਤਾਂ ਬੜੀ ਸੋਚ ਰੱਖਣੀ ਹੈ ਕਿ ਮੈਨੂੰ ਯਕੀਨ ਹੈ ਆਪਣੇ ਮਾਲਿਕ ਤੇ ਕਿ ਮੈਨੂੰ ਹਰ ਦੁੱਖ ਚੋਂ ਜ਼ਰੂਰ ਉਹ ਬਚਾਏਗਾ, ਉਹ ਹਰ ਦੁੱਖ ਚੋਂ ਜ਼ਰੂਰ ਕੱਢੇਗਾ ਮੈਨੂੰ। ਜੇ ਅੱਜ ਸਾਡੇ ਜੀਵਨ 'ਚ ਕਿਸੇ ਕਿਸਮ ਦੀ ਪ੍ਰੋਬਲਮ ਹੈ ਤਾਂ ਆਪਣੀ ਸੋਚ ਨੂੰ ਬੜਾ ਰੱਖਣਾ ਹੈ ਔਰ ਅੱਛਾ ਰੱਖਣਾ ਹੈ। ਅੱਛੀ ਸੋਚ ਕਿਹਨੂੰ ਕਹਿੰਦੇ ਹੈ? ਕਿ ਅੱਜ ਬੁਰੇ ਦਿਨ ਹੈ ਤਾਂ ਵਿਸ਼ਵਾਸ ਰੱਖਣਾ ਚੰਗੇ ਦਿਨ ਵੀ ਜ਼ਰੂਰ ਆ, ਇਹਨੂੰ ਕਹਿੰਦੇ ਬੜਾ ਸੋਚਣਾ ਔਰ ਅੱਛਾ ਸੋਚਣਾ। ਕਦੀ ਮਾੜਾ ਨਾ ਸੋਚੋ, ਬੁਰਾ ਨਾ ਸੋਚੋ, ਛੋਟਾ ਨਾ ਸੋਚੋ, ਕਿਉਂਕਿ ਜਿਸ ਪਰਮ ਸ਼ਕਤੀਸ਼ਾਲੀ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਉਹ ਆਪ ਬਹੁਤ ਬੜਾ ਹੈ। ਔਰ ਜੇ ਉਹ ਬੜਾ ਹੈ ਤਾਂ ਫਿਰ ਅਸੀਂ ਕਈ ਵਾਰ ਦੱਸੀਦਾ ਜਿਸਨੇ ਸਾਨੂੰ ਪੈਦਾ ਕੀਤਾ ਉਹ ਐਡਾ ਸ਼ਕਤੀਸ਼ਾਲੀ ਹੈ ਤਾਂ ਅਸੀਂ ਕਮਜ਼ੋਰ ਕਿੱਦਾਂ ਹੋ ਸਕਦੇ ਹਾਂ? ਅਸੀਂ ਛੋਟੇ ਕਿੱਦਾਂ ਹੋ ਸਕਦੇ ਹਾਂ? ਛੋਟਾ ਉਹੀ ਹੁੰਦਾ ਜਿਹਦੀ ਸੋਚ ਕਹਿ ਦਿਓ ਹੁਣ ਛੋਟੀ ਹੋਵੇ, ਤਾਂ ਬੜਾ ਕੌਣ ਹੁੰਦਾ? ਜਿਹਦੀ ਸੋਚ ਬੜੀ ਹੋਵੇ। ਕਹਿੰਦੇ ਨਾ ਮਹਾਤਮਾ ਬੁੱਧ ਇੱਕ ਦਿਨ ਬੈਠੇ ਹੋਏ ਸੀ, ਮਹਾਤਮਾ ਬੁੱਧ ਇੱਕ ਦਿਨ ਬੈਠੇ ਹੋਏ ਸੀ, ਇੱਕ ਨਗਰ 'ਚ ਪਹੁੰਚੇ, ਬੈਠੇ ਹੋਏ ਸੀ ਕਿ ਸਾਰੇ ਆ ਕੇ ਮਹਾਤਮਾ ਬੁੱਧ ਅੱਗੇ ਕੋਈ ਕਿੰਨਾ ਦਾਨ ਕਰ ਰਿਹਾ ਸੀ, ਕੋਈ ਕਿੰਨਾ ਰੱਖ ਰਿਹਾ ਸੀ। ਬਾਦਸ਼ਾਹ ਆਇਆ, ਬਾਦਸ਼ਾਹ ਨੇ ਹੀਰਿਆਂ ਨਾਲ ਭਰਿਆ ਹੋਇਆ ਥਾਲ ਰੱਖਿਆ। ਮਹਾਤਮਾ ਬੁੱਧ ਨੇ ਦੇਖਿਆ ਤੱਕ ਨਹੀਂ ਤੇ ਇੱਕ ਮਾਈ ਆਈ, ਉਹਦੇ ਹੱਥ 'ਚ ਇੱਕ ਪੈਸਾ ਸੀ। ਜਦੋਂ ਉਹ ਆਈ ਤਾਂ ਮਹਾਤਮਾ ਬੁੱਧ ਨੇ ਦੇਖਿਆ ਮਾਈ ਨੂੰ, ਤਾਂ ਅੱਗੇ ਹੋ ਕੇ ਮਾਈ ਨੂੰ ਪੁੱਛਿਆ, ਮਾਤਾ ਕੀ ਹੈ ਤੇਰੇ ਹੱਥ 'ਚ? ਕਹਿੰਦੀ ਜੀ ਇੱਕ ਪੈਸਾ। ਮਹਾਤਮਾ ਬੁੱਧ ਨੇ ਉਹ ਇੱਕ ਪੈਸੇ ਨੂੰ ਬੜੇ ਪਿਆਰ ਨਾਲ ਲਿਆ। ਜਰਾ ਸਮਝਣਾ ਸਾਰਿਆਂ ਨੇ। ਉਹ ਬਾਦਸ਼ਾਹ ਹੈਰਾਨ, ਉਹ ਬਾਦਸ਼ਾਹ ਕਹਿੰਦਾ ਮਾਰੇ ਮੈਂ ਹੀਰਿਆਂ ਦਾ ਥਾਲ ਰੱਖਿਆ ਤਾਂ ਤੁਸੀਂ ਦੇਖਿਆ ਤੱਕ ਨਹੀਂ, ਮਾਈ ਦਾ ਇੱਕ ਪੈਸਾ। ਤਾਂ ਉਸ ਵੇਲੇ ਮਹਾਤਮਾ ਬੁੱਧ ਨੇ ਮੁਸਕਰਾ ਕੇ ਕਿਹਾ, ਬਾਦਸ਼ਾਹ ਤੇਰੇ ਨਾਲੋਂ ਬੜਾ ਦਿਲ ਇਸ ਮਾਈ ਦਾ ਹੈ, ਔਰ ਇੱਥੇ ਪੈਸਾ ਨਹੀਂ ਮੈਂ ਦੇਖਿਆ, ਉਹਦਾ ਦਿਲ ਦੇਖਿਆ ਹੈ। ਕਿਉਂਕਿ ਤੂੰ ਆਪਣੇ ਖਜ਼ਾਨੇ 'ਚੋਂ ਇਦਾਂ ਲੈ ਕੇ ਆਇਆ ਜਿੱਦਾਂ ਸਮੁੰਦਰ ਵਿੱਚੋਂ ਕੋਈ ਗਲਾਸ ਪਾਣੀ ਦਾ ਭਰ ਕੇ ਲਿਆ ਹੋਵੇ, ਪਰ ਮਾਈ ਦੇ ਕੋਲ ਇੱਕੋ ਹੀ ਪੈਸਾ ਸੀ ਜਿਹੜਾ ਕਈ ਦਿਨਾਂ ਤੋਂ ਇਹਨੇ ਜੋੜਿਆ ਸੀ। ਇਹ ਤਾਂ ਆਪਣਾ ਸਭ ਕੁਝ ਦੇ ਰਹੀ ਹੈ, ਦਿਲ ਇਹਦਾ ਤੇਰੇ ਨਾਲੋਂ ਬੜਾ ਹੈ। ਸੋ ਦੱਸਣਾ ਕੀ ਚਾਹੁੰਦੇ, ਕੁਝ ਮਿਸਾਲਾਂ ਹੁੰਦੀਆਂ ਹੈ, ਕੁਝ ਕਹਾਣੀਆਂ ਹੁੰਦੀਆਂ ਜਿਹੜੀਆਂ ਸੰਕੇਤ ਕਰਦੀਆਂ ਕਿ ਰੱਬ ਦੀਆਂ ਰਹਿਮਤਾਂ ਉਹਨਾਂ ਨੂੰ ਮਿਲਦੀਆਂ ਜਿਨ੍ਹਾਂ ਦਾ ਦਿਲ ਕਹਿ ਦਿਓ ਬੜਾ ਹੁੰਦਾ ਹੈ। ਹੁਣ ਤੁਸੀਂ ਰੱਬ ਦੀ ਰਹਿਮਤ ਚਾਹੁੰਦੇ ਹੋ ਕਿ ਨਹੀਂ? ਔਰ ਫਿਰ ਇੱਕ ਵਾਰ ਕਵਾਂਗੇ ਕਿ ਰੱਬ ਦੀ ਰਹਿਮਤ ਮਿਲਦੀ ਉਹਨੂੰ ਜਿਹੜੇ ਰੱਬ ਦੀ ਖਾਤਰ ਆਉਂਦੇ ਆ। ਜਿੱਦਾਂ ਹੁਣ ਟਾਈਮ ਤਾਂ ਵੈਸੇ ਕਾਫੀ ਹੋ ਗਿਆ, ਥੋੜਾ ਸਤਸੰਗ ਨੂੰ ਆਖਰਲੇ ਵਚਨਾਂ ਦੀ ਤਰਫ ਲੈ ਕੇ ਜਾਈਏ, ਪਰ ਇੱਥੇ ਇੱਕ ਬੜੀ ਪਿਆਰੀ ਗੱਲ ਯਾਦ ਆ ਗਈ ਸਾਨੂੰ ਕਿ ਇੱਕ ਵਾਰ ਨਾ ਇੱਕ ਫਕੀਰ ਨੂੰ ਰੱਬ ਦੇ ਦਰਸ਼ਨ ਹੋਏ। ਜਦੋਂ ਰੱਬ ਦੀ ਬੰਦਗੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ, ਤਾਂ ਪਰਮਾਤਮਾ ਦਾ ਦਰਸ਼ਨ ਜਦੋਂ ਹੋਇਆ ਨਾ, ਜਦੋਂ ਦਰਸ਼ਨ ਹੋਇਆ ਤਾਂ ਪਰਮਾਤਮਾ ਨੇ ਕਿਹਾ, ਫਕੀਰ ਮੈਂ ਤੇਰੀ ਇਬਾਦਤ ਤੋਂ ਬੜਾ ਖੁਸ਼ ਹਾਂ, ਅੱਜ ਦੇਖ ਮੈਂ ਤੇਰੇ ਸਾਹਮਣੇ ਹਾਂ, ਮੰਗ ਲੈ ਜੋ ਮੰਗਣਾ ਹੈ। ਤਾਂ ਉਸ ਲਈ ਫਕੀਰ ਨੇ ਕਿਹਾ, ਐ ਮੇਰੇ ਰੱਬ, ਐ ਮੇਰੇ ਪਰਮਾਤਮਾ, ਮੈਨੂੰ ਤੂੰ ਮਿਲ ਗਿਆ, ਸਭ ਕੁਝ ਮਿਲ ਗਿਆ, ਪਰ ਮੇਰੀ ਇੱਕ ਇੱਛਾ ਆ ਕਿ ਜਿੱਦਾਂ ਤੂੰ ਮੈਨੂੰ ਦਰਸ਼ਨ ਦਿੱਤਾ ਹੈ, ਮੇਰੇ ਸਾਹਮਣੇ ਆਇਆ ਹਾਂ, ਮੈਂ ਇਹ ਆਨੰਦ ਨੂੰ ਦੇਖ ਰਿਹਾ, ਤੈਨੂੰ ਦੇਖ ਰਿਹਾ, ਮੈਂ ਚਾਹੁੰਦਾ ਹਾਂ ਇਹ ਪੂਰਾ ਨਗਰ, ਇਹ ਸਾਰਾ ਤੈਨੂੰ ਦੇਖੇ। ਤਾਂ ਰੱਬ ਨੇ ਹੱਸ ਕੇ ਕਿਹਾ, ਐ ਫਕੀਰ ਇਹ ਗੱਲ ਨਾਮੁਮਕਿਨ ਹੈ, ਇਦਾਂ ਨਹੀਂ ਹੋ ਸਕਦਾ। ਫਕੀਰ ਕਹਿੰਦੇ, ਰੱਬਾ ਆਪੇ ਤਾਂ ਤੂੰ ਕਿਹਾ ਮੰਗ ਲੈ ਜੋ ਮੰਗਣਾ ਹੈ, ਔਰ ਮੈਂ ਚਾਹੁੰਦਾ ਜਿੱਦਾਂ ਮੈਂ ਤੈਨੂੰ ਦੇਖਿਆ ਇਦਾਂ ਸਾਰੇ ਲੋਕ ਤੈਨੂੰ ਦੇਖਣ, ਆ ਜਿੰਨੇ ਵੀ ਇਸ ਨਗਰ ਦੇ ਲੋਕ ਹੈ ਸਾਰੇ ਤੇਰਾ ਦਰਸ਼ਨ ਕਰਨ, ਤੈਨੂੰ ਦੇਖਣ। ਇਹੀ ਤਾਂ ਮੈਂ ਚਾਹੁੰਦਾ ਹਾਂ, ਕਿਉਂਕਿ ਫਕੀਰਾਂ ਦੀ ਇਹੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਆਨੰਦ ਅਸੀਂ ਲਿਆ ਉਸ ਆਨੰਦ ਤੱਕ ਸਭ ਨੂੰ ਪਹੁੰਚਾਇਆ ਜਾਵੇ। ਇਸ ਲਈ ਮੇਰੀ ਇੱਛਾ ਹੈ ਪਰਮਾਤਮਾ ਕਿ ਸਭ ਨੂੰ ਦਰਸ਼ਨ ਦੇ। ਤਾਂ ਉਸ ਲਈ ਰੱਬ ਨੇ ਕਿਹਾ, ਐ ਫਕੀਰ ਉਹ ਚੀਜ਼ ਮੰਗ ਰਿਹਾ ਜੋ ਅਸੰਭਵ ਹੈ। ਫਕੀਰ ਨੇ ਕਿਹਾ, ਰੱਬਾ ਤੂੰ ਬਚਨ ਕੀਤਾ ਹੈ ਕਿ ਮੰਗ ਲੈ ਜੋ ਮੰਗਣਾ, ਹੁਣ ਮੈਂ ਮੰਗਿਆ ਪੂਰਾ ਕਰ। ਰੱਬ ਨੇ ਕਿਹਾ, ਠੀਕ ਹੈ, ਫਿਰ ਜੇ ਤੇਰੀ ਇਹੀ ਇੱਛਾ ਕਿ ਸਾਰੀ ਦੁਨੀਆ ਯਾਨੀ ਸਾਰੇ ਲੋਕ ਮੈਨੂੰ ਦੇਖਣ ਇਹ ਨਗਰ ਦੇ, ਫਿਰ ਏਦਾਂ ਕਰ
ਕੱਲ ਸ਼ਾਮ ਨੂੰ ਸੂਰਜ ਡੁੱਬਣ ਤੱਕ ਸਾਰਿਆਂ ਨੂੰ ਇੱਥੇ ਲਿਆ। ਕੱਲ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਸਾਰਿਆਂ ਨੂੰ ਇੱਥੇ ਲਿਆ। ਜਿਹੜਾ ਇੱਥੇ ਪਹੁੰਚ ਗਿਆ ਉਹਨੂੰ ਮੇਰੇ ਦਰਸ਼ਨ ਹੋ ਜਾਣਗੇ। ਹੁਣ ਫਕੀਰ ਨੇ ਜਦੋਂ ਸੁਣਿਆ, ਫਕੀਰ ਬੜੇ ਖੁਸ਼ ਕਿ ਲੈ ਬਈ ਸਾਰੀ ਦੁਨੀਆ ਰੱਬ ਨੂੰ ਪਾਣਾ ਚਾਹੁੰਦੀ ਹੈ, ਤੁਸੀਂ ਪਾਣਾ ਚਾਹੁੰਦੇ ਹੋ ਕਿ ਨਹੀਂ? ਜਰਾ ਹੁਣ ਦੇਖ ਲੈਣਾ, ਸਾਰੀ ਦੁਨੀਆ ਰੱਬ ਨੂੰ ਪਾਣਾ ਚਾਹੁੰਦੀ ਹੈ, ਉਹਦੀਆਂ ਰਹਿਮਤਾਂ ਨੂੰ ਪਾਣਾ ਚਾਹੁੰਦੀ ਹੈ। ਔਰ ਜੇ ਇੰਨੀ ਆਸਾਨੀ ਨਾਲ ਰੱਬ ਮਿਲ ਜਾਵੇ ਤਾਂ ਫਿਰ ਕਿਹਨਾਂ ਮਨਾ ਕਰਨਾ ਹੈ? ਫਕੀਰ ਕਹਿੰਦੇ ਦੌੜੇ ਉਸੇ ਵੇਲੇ ਨਗਰ ਨੂੰ। ਔਰ ਨਗਰ 'ਚ ਜਾ ਕੇ ਫਕੀਰਾਂ ਨੇ ਸੋਚਿਆ ਕਿ ਨਗਰ ਤਾਂ ਬਹੁਤ ਬੜਾ ਹੈ, ਮੈਂ ਕੱਲੇ ਕੱਲੇ ਘਰ ਨੂੰ ਜਾਊਂਗਾ ਤਾਂ ਇੱਕ ਕੱਲੇ ਕੱਲੇ ਘਰ ਨੂੰ ਕਹਿੰਦੇ ਕੱਲ ਸ਼ਾਮ ਹੋ ਜਾਣੀ ਹੈ। ਫਿਰ ਕਿਉਂ ਨਾ ਮੈਂ ਸਿੱਧਾ ਬਾਦਸ਼ਾਹ ਕੋ ਜਾਵਾਂ, ਇਹ ਨਗਰ ਦੇ ਰਾਜੇ ਕੋ ਜਾਵਾਂ, ਤਾਂ ਰਾਜੇ ਨੂੰ ਕਹਾਂ ਮਹਾਰਾਜ ਤੁਸੀਂ ਰੱਬ ਨੂੰ ਦੇਖਣਾ ਹੈ, ਰੱਬ ਦਾ ਦਰਸ਼ਨ ਕਰਨਾ, ਤਾਂ ਮੇਰੇ ਨਾਲ ਚਲੋ। ਨਾਲੇ ਆਪਣੇ ਪੂਰੇ ਨਗਰ 'ਚ ਢਿੰਡੋਰਾ ਪਿਟਵਾ ਦਿਓ, ਯਾਨੀ ਮੁਨਾਦੀ ਕਰਾ ਦਿਓ ਕਿ ਜਿਹਨਾਂ ਵੀ ਰੱਬ ਨੂੰ ਦੇਖਣਾ ਉਹ ਮੇਰੇ ਨਾਲ ਉੱਥੇ ਚਲੇ, ਫਲਾਨੀ ਪਹਾੜੀ ਤੇ। ਸੂਰਜ ਡੁੱਬਣ ਤੋਂ ਪਹਿਲਾਂ ਜਿਹੜਾ ਉੱਥੇ ਪਹੁੰਚ ਗਿਆ ਉਹਨੂੰ ਰੱਬ ਦਾ ਦਰਸ਼ਨ ਹੋ ਜਾਣਾ ਹੈ। ਉਹ ਰਾਜਾ ਕਹਿੰਦਾ ਫਕੀਰ ਸੱਚੀ ਰੱਬ ਦਾ ਦਰਸ਼ਨ ਹੋ ਜਾਣਾ, ਕਿਤੇ ਮਜ਼ਾਕ ਤਾਂ ਨਹੀਂ ਕਰਦਾ? ਪਹਿਲਾਂ ਰਾਜੇ ਨੂੰ ਯਕੀਨ ਨਾ ਆਵੇ ਇਦਾਂ ਰੱਬ ਦਾ ਦਰਸ਼ਨ ਹੋ ਜਾਏਗਾ। ਫਕੀਰ ਕਹਿੰਦੇ ਮੇਰੇ ਨਾਲ ਬਚਨ ਕੀਤਾ ਮੇਰੇ ਰੱਬ ਨੇ ਕਿ ਸੂਰਜ ਡੁੱਬਣ ਤੱਕ ਜਿਹੜਾ ਇੱਥੇ ਪਹੁੰਚ ਗਿਆ ਉਹਨੂੰ ਰੱਬ ਦਾ ਦਰਸ਼ਨ ਜ਼ਰੂਰ ਹੋਏਗਾ। ਸੋ ਮਹਾਰਾਜ ਹੁਣ ਟਾਈਮ ਨਾ ਖਰਾਬ ਕਰੋ, ਪੂਰੇ ਨਗਰ ਨੂੰ ਕਹਿ ਦਿਓ, ਕਿਉਂਕਿ ਸਵੇਰ ਹੋਣ ਵਾਲੀ ਹੈ, ਤਾਂ ਦੇਖਦਿਆਂ ਦੇਖਦਿਆਂ ਇੰਨੇ ਲੋਕਾਂ ਨੂੰ ਨਾਲ ਲੈ ਕੇ ਜਾਣਾ, ਸ਼ਾਮ ਤਾਂ ਉੱਦਾਂ ਹੀ ਹੋ ਜਾਣੀ ਹੈ। ਇਸ ਕਰਕੇ ਮਹਾਰਾਜ ਜਲਦੀ ਕਰੋ। ਕਹਿੰਦੇ ਹੈ ਬਾਦਸ਼ਾਹ ਨੇ ਸੈਨਿਕ ਦੌੜਾਏ, ਪੂਰੇ ਨਗਰ 'ਚ ਢਿੰਡੋਰਾ ਪਟਵਾਤਾ। ਦੇਖਦਿਆਂ ਦੇਖਦਿਆਂ ਮੈਦਾਨ ਵਿੱਚ ਸਾਰੇ ਇਕੱਠੇ ਹੋ ਗਏ। ਹੁਣ ਫਕੀਰ ਅੱਗੇ ਹੋ ਗਏ, ਬਾਦਸ਼ਾਹ ਮਗਰ, ਨਾਲ ਉਹਦੀ ਰਾਣੀ, ਔਰ ਮਗਰ ਹੋਰ ਸੈਨਾਪਤੀ ਸੈਨਿਕ ਸਾਰੇ ਹੀ ਫਕੀਰਾਂ ਦੇ ਨਾਲ ਨਾਲ ਤੁਰ ਪਏ ਜੰਗਲ ਦੀ ਤਰਫ, ਕਿਉਂਕਿ ਜੰਗਲ ਦੇ ਅੰਦਰ ਉਹ ਉੱਚਾ ਪਹਾੜ ਹੈ ਜਿੱਥੇ ਰੱਬ ਦਾ ਦਰਸ਼ਨ ਹੋਣਾ ਹੈ। ਹੁਣ ਇੱਧਰ ਫਕੀਰ ਲੈ ਕੇ ਸਾਰਿਆਂ ਨੂੰ ਤੁਰਿਆ, ਔਰ ਮਨ 'ਚ ਬੜਾ ਖੁਸ਼ ਕਿਹਾ ਜੇ ਇੰਨੇ ਲੋਕਾਂ ਨੂੰ ਰੱਬ ਦਾ ਦਰਸ਼ਨ ਹੋ ਜਾਏਗਾ ਤਾਂ ਇੰਨੇ ਲੋਕ ਆਪਣਾ ਜਨਮ, ਆਪਣੀ ਜ਼ਿੰਦਗੀ ਸਫਲ ਕਰ ਲੈਣਗੇ। ਖੁਸ਼ੀ ਨਾਲ ਫਕੀਰ ਜਾ ਰਹੇ, ਭੰਗੜੇ ਪਾਉਂਦੇ, ਮਗਰ ਲੋਕ ਤੁਰੇ ਹੈ। ਪਰ ਕਿਹਾ ਜਾਂਦਾ ਹੈ ਕਿ ਜਿੱਦਾਂ ਹੀ ਜੰਗਲ ਦੇ ਵਿੱਚ ਦਾਖਲ ਹੋਏ ਤਾਂ ਕੀ ਹੋਇਆ? ਜਿੱਦਾਂ ਹੀ ਦਾਖਲ ਹੋਏ ਤਾਂ ਕੀ ਦੇਖਿਆ? ਇੱਕ ਪਾਸੇ ਨਾ ਤਾਂਬੇ ਦਾ ਬੜਾ ਢੇਰ ਲੱਗਾ, ਤਾਂਬੇ ਦੇ ਸਿੱਕਿਆਂ ਦਾ ਬੜਾ ਢੇਰ ਲੱਗਾ ਹੋਇਆ ਹੈ। ਲੋਕਾਂ ਨੇ ਦੇਖਿਆ, ਉਹ ਕਹਿੰਦੇ ਤਾਂਬੇ ਦੇ ਸਿੱਕੇ ਇੰਨਾ ਢੇਰ, ਉਹ ਚਲੋ ਇਕੱਠੇ ਕਰੀਏ। ਉਹ ਫਕੀਰਾਂ ਨੇ ਦੇਖਿਆ, ਉਹ ਕਹਿੰਦੇ ਛੱਡੋ ਇਹ ਤਾਂਬੇ ਦੇ ਸਿੱਕਿਆਂ ਵੱਲ ਨਾ ਜਾਓ, ਢੇਰਾਂ ਵੱਲ ਨਾ ਜਾਓ, ਉਹ ਟਾਈਮ ਸਮਾਂ ਥੋੜਾ ਹੈ, ਰੱਬ ਦਾ ਦਰਸ਼ਨ ਕਰਨਾ, ਚਲੋ ਰੱਬ ਦੇ ਕੋਲ ਚਲੀਏ। ਪਰ ਲੋਕ ਕਹਿੰਦੇ ਰੱਬ ਫੇਰ ਦੇਖ ਲਵਾਂਗੇ, ਆਹ ਚੀਜ਼ ਨਹੀਂ ਮਿਲਣੀ ਮੁੜ ਕੇ, ਵਾਪਸ ਆਂਦੇ ਆਂਦੇ ਨੂੰ ਕੋਈ ਹੋਰ ਹੀ ਚੱਕ ਕੇ ਲੈ ਜਾਵੇ। ਕਹਿੰਦੇ ਅੱਧੇ ਕਿ ਤਾਂ ਦੌੜ ਗਏ ਉਧਰ ਨੂੰ। ਤਾਂ ਫਕੀਰਾਂ ਦੀ ਗੱਲ ਮੰਨ ਕੇ ਜਿੰਨੇ ਅੱਗੇ ਤੁਰੇ ਨਾ, ਥੋੜਾ ਹੋਰ ਅੱਗੇ ਗਏ ਤਾਂ ਅੱਗੇ ਕੀ ਹੋਇਆ? ਚਾਂਦੀ ਦਾ ਢੇਰ ਲੱਗਾ ਹੋਇਆ ਹੈ। ਹੁਣ ਕਿਉਂਕਿ ਰੱਬ ਦਾ ਦਰਸ਼ਨ ਕਰਨ ਜਾਣਾ, ਰੱਬ ਵੀ ਕਹਿੰਦਾ ਸੀ ਫਕੀਰ ਅਸੰਭਵ ਗੱਲ ਮੰਗ ਰਿਹਾ, ਪਰ ਠੀਕ ਹੈ ਜੇ ਤੈਨੂੰ ਲੱਗਦਾ ਤਾਂ ਲਿਆ ਸਾਰਿਆਂ ਨੂੰ। ਫਿਰ ਹੁਣ ਜਿਸਲੇ ਚਾਂਦੀ ਦਾ ਢੇਰ ਦੇਖਿਆ ਤਾਂ ਉਸ ਵੇਲੇ ਕਈ ਲੋਕ ਚਾਂਦੀ ਇਕੱਠੀ ਕਰਨ ਲੱਗੇ। ਫਕੀਰਾਂ ਨੇ ਕਿਹਾ ਇਹ ਪਾਗਲ ਹੈ, ਉਹ ਇੱਧਰ ਰੱਬ ਮਿਲ ਰਿਹਾ, ਚਾਂਦੀ ਮਗਰ ਦੌੜੇ ਹੈ। ਫਿਰ ਫਕੀਰਾਂ ਨੇ ਆਵਾਜ਼ਾਂ ਮਾਰੀਆਂ, ਆ ਜਾਓ, ਉਹ ਦੁਪਹਿਰ ਹੋ ਚਲੀਏ, ਸਮਾਂ ਥੋੜਾ ਹੈ, ਸੂਰਜ ਡੁੱਬਣ ਤੋਂ ਪਹਿਲਾਂ ਪਹੁੰਚਣਾ ਹੈ। ਉਹ ਲੋਕ ਕਹਿੰਦੇ ਕੋਈ ਗੱਲ ਨਹੀਂ ਮਹਾਰਾਜ, ਚਾਂਦੀ ਇਕੱਠੀ ਕਰ ਲੈਂਦੇ ਹੋ, ਰੱਬ ਦਾ ਫਿਰ ਦੇਖ ਲਵਾਂਗੇ। ਉਹ ਵੀ ਕਹਿ ਕੇ ਉੱਧਰ ਨੂੰ ਚਲੇ ਗਏ। ਹੁਣ ਬਾਦਸ਼ਾਹ ਹੈ, ਉਹਦੀ ਰਾਣੀ ਹੈ, ਚੰਦ ਕੁਝ ਹੋਰ ਨਗਰ ਦੇ ਸਮਝਦਾਰ ਲੋਕ ਹੈ, ਪਰ ਥੋੜਾ ਹੋਰ ਅੱਗੇ ਗਏ, ਕਹਿੰਦੇ ਅੱਗੇ ਸੋਨੇ ਦਾ ਢੇਰ। ਹੁਣ ਜਦੋਂ ਸੋਨਾ ਦੇਖਿਆ ਤਾਂ ਰਾਜੇ ਦਾ ਮਨ ਵੀ ਹੋਇਆ ਸੋਨਾ, ਪਰ ਫਕੀਰ ਨੇ ਕਿਹਾ ਬਾਦਸ਼ਾਹ ਨਹੀਂ, ਉਹ ਰੱਬ ਬੜੀ ਚੀਜ਼ ਹੈ, ਸੋਨੇ ਮਗਰ ਨਾ ਦੌੜ। ਪਰ ਹੁਣ ਜਿੱਦਾਂ ਦੱਸਿਆ ਕਿ ਤਾਂਬੇ ਨੂੰ ਦੇਖ ਕੇ ਲੋਕ ਲਾਲਚ ਵਿੱਚ ਆ ਗਏ, ਫਿਰ ਚਾਂਦੀ ਨੂੰ ਦੇਖ ਕੇ ਹੁਣ ਤਾਂ ਸੀਗਾ ਹੀ ਸਾਹਮਣੇ ਸੋਨਾ। ਹੁਣ ਕਿਹਾ ਜਾਂਦਾ ਹੈ ਕਿ ਜਿੰਨੇ ਕੇ ਸੈਨਿਕ ਸੀ ਨਾ, ਉਹ ਵੀ ਸੋਨਾ ਇਕੱਠਾ ਕਰ ਲੱਪੇ। ਹੁਣ ਅੱਗੇ ਤੁਰੇ ਤਾਂ ਸਿਰਫ ਰਾਜਾ ਸੀ, ਬਾਦਸ਼ਾਹ ਸੀ, ਤਾਂ ਉਹਦੀਆਂ ਰਾਣੀਆਂ ਸੀ, ਕਿਉਂਕਿ ਉਹਨਾਂ ਕੋਲ ਤਾਂ ਸੋਨਾ ਮਹਿਲਾਂ 'ਚ ਬਹੁਤ ਹੈ। ਤਾਂ ਫਕੀਰ ਹੈਰਾਨ ਰਹਿ ਗਏ, ਕਹਿੰਦੇ ਪੂਰੇ ਨਗਰ ਨੂੰ ਦਰਸ਼ਨ ਕਰਾਣੇ ਸੀ, ਪਰ ਆ ਕੀ, ਇਹ ਤਾਂ ਰਾਜਾ ਔਰ ਇਹ ਰਾਣੀਆਂ ਹੀ ਬਚੀਆਂ, ਪਰਿਵਾਰ ਹੀ ਬਚਿਆ, ਬਾਕੀ ਤਾਂ ਪਿੱਛੇ ਰਹਿ ਗਏ। ਪਰ ਚਲੋ ਇਹਨਾਂ ਨੂੰ ਤਾਂ ਹੋਣ ਦਰਸ਼ਨ, ਇਹਨਾਂ ਨੂੰ ਤਾਂ ਲੈ ਕੇ ਜਾਵਾਂ ਪਹਾੜੀ ਤੱਕ। ਪਰ ਹਾਲੇ ਜਿੱਦੇ ਪਹਾੜੀ ਚੜ੍ਹਨੀ ਸ਼ੁਰੂ ਕਰਨੀ ਸੀ ਕਿ ਰਾਜੇ ਦੀ ਨਜ਼ਰ ਕਿੱਧਰ ਗਈ? ਹੀਰੇ ਦਾ ਢੇਰ ਲੱਗਾ ਹੋਇਆ ਹੈ। ਉਹ ਰਾਜਾ ਕਹਿੰਦਾ ਛੱਡੋ, ਹੁਣ ਹੀਰੇ ਜ਼ਰੂਰੀ ਹੈ। ਕਹਿੰਦੇ ਰਾਜਾ ਵੀ ਆਪਣੇ ਕੱਪੜਿਆਂ 'ਚ ਹੀਰੇ ਇਕੱਠੇ ਕਰਨ ਲੱਗ ਗਿਆ, ਰਾਣੀਆਂ ਵੀ ਆਪਣੇ ਨਾ ਕੱਪੜਿਆਂ 'ਚ ਜਿੱਦਾਂ ਪੱਲੂ ਬਣਾ ਕੇ ਸਾੜੀਆਂ 'ਚ ਹੀਰੇ ਭਰਨੇ ਸ਼ੁਰੂ ਕਰਤੇ। ਤਾਂ ਫਕੀਰ ਕਹਿਣ ਲੱਗਾ ਸੂਰਜ ਡੁੱਬਣ ਵਾਲਾ ਹੈ, ਉਹ ਇੱਥੇ ਹੈ, ਮੈਂ ਤਾਂ ਦੌੜ ਕੇ ਪਹੁੰਚਾ। ਕਹਿੰਦੇ ਫਕੀਰ ਦੌੜ ਕੇ ਪਹੁੰਚਿਆ ਜਦੋਂ ਪਹਾੜੀ ਦੇ ਸਿਖਰ ਤੇ, ਤਾਂ ਰੱਬ ਦਾ ਪ੍ਰਕਾਸ਼ ਹੈ। ਰੱਬ ਕਹਿੰਦੇ ਕਿੱਦਾਂ ਫਕੀਰ ਲਿਆਇਆ ਸਾਰਿਆਂ ਨੂੰ, ਕਿੱਥੇ ਹੈ? ਫਕੀਰ ਕਹਿੰਦਾ ਮਹਾਰਾਜ ਮੈਂ ਇਕੱਲਾ ਹੀ ਹਾਂ। ਕਹਿੰਦੇ ਤੈਨੂੰ ਤਾਂ ਪਹਿਲਾਂ ਹੀ ਗਿਆ ਸੀ। ਇਹ ਰੱਬ ਤੱਕ ਪਹੁੰਚਣਾ ਬੜਾ
ਔਖਾ ਹੈ, ਕਿਉਂਕਿ ਦੁਨੀਆ 'ਚ ਬੰਦੇ ਨੂੰ ਮੈਂ ਜ਼ਿੰਦਗੀ ਤਾਂ ਦਿੰਦਾ ਇਸੇ ਲਈ ਦਿੰਦਾ ਹਾਂ। ਕਹਿੰਦੇ ਨਾ ਗੁਰਬਾਣੀ ਕਹਿੰਦੀ ਹੈ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਇਹ ਵੇਲਾ ਹੁੰਦਾ ਰੱਬ ਨੂੰ ਪਾਣ ਦਾ, ਪਰ ਬੰਦਾ ਕਿੱਥੇ ਹੈ? ਕੋਈ ਕਪੜਾ ਇਕੱਠਾ ਕਰਨ 'ਚ, ਕੋਈ ਭੋਜਨ ਇਕੱਠਾ ਕਰਨ 'ਚ, ਕੋਈ ਪਦਾਰਥ ਇਕੱਠੇ ਕਰਨ 'ਚ ਹੀ ਬੰਦਾ ਲੱਗਾ ਰਹਿੰਦਾ। ਔਰ ਇਹ ਜਿਹੜਾ ਮੌਕਾ ਹੁੰਦਾ ਹੈ, ਇਹ ਮੌਕਾ ਬੰਦਾ ਹੱਥੋਂ ਗਵਾਉਂਦਾ। ਔਰ ਦੇਖਦਿਆਂ ਦੇਖਦਿਆਂ ਜੀਵਨ ਦਾ ਸੂਰਜ ਜਿਹੜਾ ਹੈ, ਕਿਉਂਕਿ ਉੱਥੇ ਵੀ ਸੂਰਜ ਢਲ ਰਿਹਾ ਸੀ ਨਾ, ਕਿ ਸੂਰਜ ਢਲਣ ਤੋਂ ਪਹਿਲਾਂ ਪਹਿਲਾਂ ਜਿਹੜਾ ਪਹੁੰਚ ਗਿਆ ਉਹਨੂੰ ਮੈਂ ਮਿਲ ਜਾਊਂਗਾ। ਇਸੇ ਤਰ੍ਹਾਂ ਜ਼ਿੰਦਗੀ ਦਾ ਸੂਰਜ ਵੀ ਪਲ ਪਲ ਕਰਕੇ ਢਲਦਾ ਜਾ ਰਿਹਾ ਕਿ ਨਹੀਂ? ਜਿਹਦਾ ਬੁੱਲੇ ਸ਼ਾਹ ਨੇ ਕਿਹਾ ਬੁੱਲੇ ਸ਼ਾਹ ਦਿਨ ਰਹਿ ਗਏ ਥੋੜੇ, ਉਹ ਜ਼ਿੰਦਗੀ ਮੁੱਕਦੀ ਜਾਵੇ, ਬਿਨ ਮੁਰਸ਼ਦ ਤੋਂ ਰੱਬ ਨਹੀਂ ਮਿਲਦਾ, ਕੌਣ ਤੈਨੂੰ ਸਮਝਾਵੇ। ਉਹ ਬੁੱਲੇ ਸ਼ਾਹ ਕਹਿੰਦੇ ਦਿਨ ਬੜੇ ਥੋੜੇ ਰਹਿ ਗਏ, ਪਲ ਪਲ ਕਰਕੇ ਜ਼ਿੰਦਗੀ ਜਿਹੜੀ ਹੈ ਨਾ ਇਹ ਮੁੱਕਦੀ ਜਾ ਰਹੀ ਹੈ। ਔਰ ਬਿਨਾ ਮੁਰਸ਼ਦ ਤੋਂ, ਬਿਨਾ ਸਤਿਗੁਰ ਤੋਂ ਪਰਮਾਤਮਾ ਨਹੀਂ ਮਿਲਦਾ, ਕੌਣ ਤੈਨੂੰ ਸਮਝਾਵੇ। ਉਹ ਵੀ ਇਹੀ ਇਸ਼ਾਰਾ ਕਰ ਰਹੇ ਹੈ, ਸਮਝਦੇ ਹੋ ਕਿ ਨਹੀਂ? ਇਹ ਜਿਹੜੀ ਜ਼ਿੰਦਗੀ ਹੈ ਨਾ ਪਲ ਪਲ ਕਰਕੇ ਮੁੱਕਦੀ ਜਾ ਰਹੀ ਹੈ। ਸੋ ਇੱਧਰ ਫਕੀਰ ਵੀ ਇਹੀ ਦੱਸ ਰਹੇ ਸੀ ਕਿ ਸਾਨੂੰ ਵੀ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਉਸ ਪ੍ਰਭੂ ਨੂੰ ਮਿਲਣ ਵਾਸਤੇ, ਉਹ ਪਰਮਾਨੰਦ ਤੱਕ ਪਹੁੰਚਣ ਵਾਸਤੇ। ਪਰ ਇਨਸਾਨ ਹੈ ਕਿ ਬੰਦਾ ਵੀ ਅੱਜ ਉਹੀ ਹਾਲਤ ਹੈ ਜਿੱਦਾਂ ਕੋਈ ਤਾਂਬੇ ਪਿੱਛੇ, ਕੋਈ ਸੋਨੇ ਪਿੱਛੇ, ਕੋਈ ਚਾਂਦੀ ਪਿੱਛੇ, ਕੋਈ ਹੀਰਿਆਂ ਪਿੱਛੇ ਉੱਧਰ ਦੌੜ ਕੇ ਆਪਣੀ ਉਹ ਜ਼ਿੰਦਗੀ ਨੂੰ ਗਵਾ ਰਿਹਾ। ਤਾਂ ਇਨਸਾਨ ਵੀ ਦੇਖੇ ਕਿ ਅੱਜ ਇਨਸਾਨ ਵੀ ਉਹਨਾਂ ਪਦਾਰਥਾਂ ਪਿੱਛੇ ਦੌੜ ਦੌੜ ਕੇ ਆਪਣਾ ਜੀਵਨ ਗਵਾ ਦਿੰਦਾ ਹੈ। ਔਰ ਉਹ ਸੱਚ, ਉਹ ਹੱਕ, ਉਹ ਆਨੰਦ ਜਿਸ ਨੂੰ ਪਾਉਣ ਵਾਸਤੇ ਜ਼ਿੰਦਗੀ ਮਿਲੀ ਹੈ, ਬੰਦਾ ਉਹਨੂੰ ਗਵਾ ਬੈਠਦਾ ਹੈ। ਇਸ ਲਈ ਤਾਂ ਗੁਰੂ ਰਹਿਬਰ ਕਹਿੰਦੇ ਹੈ ਇਹ ਤੇਰੀ ਜ਼ਿੰਦਗੀ ਦੀ ਅਸਫਲਤਾ ਹੈ, ਕਿਉਂਕਿ ਤੂੰ ਉਹ ਪਦਾਰਥਾਂ ਨੂੰ ਇਕੱਠੇ ਕਰਨ ਵਿੱਚ ਇਹ ਜੀਵਨ ਲਾ ਰਿਹਾ ਹਾਂ, ਜਦੋਂ ਕਿ ਮੌਤ ਆਣੀ ਸਭ ਕੁਝ ਇੱਥੇ ਛੱਡ ਜਾਣਾ ਹੈ। ਠੀਕ ਹੈ, ਇਹ ਜ਼ਰੂਰਤ ਹੈ ਸਾਡੀ, ਇਹਨੂੰ ਜ਼ਰੂਰਤ ਦੀ ਜਗ੍ਹਾ ਰੱਖੋ। ਜਿੱਦਾਂ ਬੰਦਾ ਕਹਿੰਦਾ ਨਾ ਗੱਡੀ ਚੱਲਦੀ ਹੈ ਤਾਂ ਗੱਡੀ ਵਿੱਚ ਪੈਟਰੋਲ ਦਾ ਪਾਣਾ ਜ਼ਰੂਰੀ ਹੈ, ਪਰ ਜੇ ਬੰਦਾ ਹਰ ਵੇਲੇ ਪੈਟਰੋਲ 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 ਹੀ ਕਰੀ ਜਾਵੇ ਤਾਂ ਉਹ ਮੂਰਖਤਾ ਹੈ। ਸਮਝਦੇ ਹੋ ਕਿ ਨਹੀਂ? ਇਹ ਜ਼ਿੰਦਗੀ ਵਾਸਤੇ ਭੋਜਨ ਜ਼ਰੂਰੀ ਹੈ, ਕੱਪੜਾ ਜ਼ਰੂਰੀ ਹੈ, ਜਾਂ ਅਸੀਂ ਕੁਝ ਖਾਣਾ ਪੀਣਾ ਤਾਂ ਪੈਸਾ ਜ਼ਰੂਰੀ ਹੈ, ਪਰ ਹਰ ਵੇਲੇ ਧਿਆਨ ਉਧਰ ਹੀ ਬੰਦਾ ਰੱਖੇ ਤਾਂ ਉਹ ਇਨਸਾਨ ਦੀ ਨਾ ਸਮਝੀ ਹੈ। ਮੰਜ਼ਿਲ ਸਾਡੀ ਹੈ ਉਹ ਪਰਮਾਨੰਦ ਪਰਮਾਤਮਾ, ਔਰ ਕਾਮਯਾਬੀ ਸਫਲਤਾ ਵੀ ਉਹਨਾਂ ਨੂੰ ਮਿਲਦੀ ਹੈ ਜਿਹੜੇ ਆਪਣਾ ਧਿਆਨ ਆਪਣੇ ਮਾਲਿਕ ਵੱਲ ਰੱਖਦੇ ਔਰ ਵਿਸ਼ਵਾਸ ਰੱਖਦੇ ਹੈ। ਇਸ ਲਈ ਫਿਰ ਤੁਹਾਨੂੰ ਕਵਾਂਗੇ ਕਿ ਥਿੰਕ ਬਿਗ, ਥਿੰਕ ਗੁੱਡ, ਅੱਛਾ ਸੋਚੋ ਔਰ ਬੜਾ ਸੋਚੋ। ਅੱਜ ਤੋਂ ਬੜਾ ਸੋਚੋਗੇ ਕਿ ਨਹੀਂ? ਕੋਈ ਦੁੱਖ ਹੈ, ਕੋਈ ਪਰੇਸ਼ਾਨੀ ਹੈ, ਕੋਈ ਜੀਵਨ 'ਚ ਕਮੀ ਹੈ ਤਾਂ ਫਿਰ ਦੱਸਾਂਗੇ। ਇਹ ਕਮੀਆਂ ਬਾਰੇ ਨਹੀਂ ਸੋਚਣਾ, ਬਲਕਿ ਮੈਂ ਅੱਛਾ ਕੀ ਕਰ ਸਕਦਾ ਹਾਂ, ਮੈਂ ਬੈਸਟ ਕੀ ਕਰ ਸਕਦਾ, ਮੈਂ ਬਿਹਤਰ ਕੀ ਕਰ ਸਕਦਾ ਹਾਂ, ਉਹ ਬਿਹਤਰ ਅੱਛਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਇੱਕ ਬੰਦੇ ਕੋਲ ਲੱਖ ਰੁਪਇਆ ਹੋ ਸਕਦਾ ਹੈ, ਉਹ ਸੋਚ ਸਕਦਾ ਕਿ ਲੱਖ ਰੁਪਇਆ ਮੈਂ ਕਿੱਦਾਂ ਬੁਰੇ ਪਾਸੇ ਲਾਵਾਂ, ਜੂਏ 'ਚ ਲਾਵਾਂ, ਕਿੱਥੇ ਉਡਾਣਾ। ਤੇ ਇੱਕ ਬੰਦੇ ਕੋਲ ਹੋ ਸਕਦਾ 100 ਹੋ ਸਕਦਾ, ਪਰ ਉਹ ਸੋਚਦਾ 100 ਨੂੰ ਮੈਂ ਅੱਛੀ ਜਗ੍ਹਾ ਕਿੱਦਾਂ ਖਰਚ ਕਰਾਂ ਤਾਂ ਕਿ ਮੈਨੂੰ ਖੁਸ਼ੀਆਂ ਮਿਲਣ, ਮੈਨੂੰ ਕਾਮਯਾਬੀ ਮਿਲੇ, ਮੈਨੂੰ ਸਫਲਤਾ ਮਿਲੇ। ਯਾਨੀ ਚਾਹੇ ਥੋੜਾ ਹੀ ਹੋਵੇ, ਪਰ ਜਦੋਂ ਅਸੀਂ ਅੱਛਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਥੋੜੇ 'ਚ ਵੀ ਪ੍ਰਮਾਤਮਾ ਬਰਕਤ ਪਾ ਦਿੰਦਾ ਹੈ। ਤਾਂ ਜੇ ਸਾਡੇ ਕੋਲ ਬਹੁਤਾ ਵੀ ਹੈ ਨਾ, ਅਸੀਂ ਬੁਰੇ ਪਾਸੇ ਲਾਉਂਦੇ ਹਾਂ, ਤਾਂ ਫਿਰ ਬਹੁਤਾ ਵੀ ਹੌਲੀ 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 ਖਤਮ ਹੋ ਜਾਂਦਾ ਹੈ। ਇਸ ਲਈ ਜੇ ਉਸ ਮਾਲਿਕ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਜੀਵਨ ਦਿੱਤਾ ਹੈ, ਤਾਂ ਆਪਣੇ ਜੀਵਨ 'ਚ ਨਿਯਮ ਬਣਾਓ, ਜੀਵਨ 'ਚ ਨਿਯਮ ਬਣਾਓ। ਹੁਣ ਟਾਈਮ ਕਾਫੀ ਹੋ ਗਿਆ, ਇਸ ਲਈ ਅੱਜ ਤੋਂ ਇਹ ਜੀਵਨ 'ਚ ਨਿਯਮ ਬਣਾਉਣੇ ਹੈ। ਦੱਸਣ ਨੂੰ ਤਾਂ ਬਹੁਤ ਕੁਛ ਹੈ, ਜਿੱਦਾਂ ਦੱਸਿਆ ਹੈ ਕਿ ਮਾਲਕ ਦੀ ਤਾਂ ਇੰਨੀ ਰਹਿਮਤ ਹੈ ਕਿ ਤੁਸੀਂ ਬੈਠੇ ਰਹੋ, ਅਸੀਂ ਬੋਲੀ ਜਾਈਏ, ਭਾਵੇਂ 24 ਘੰਟੇ ਬੋਲੀ ਜਾਈਏ ਤਾਂ ਵੀ ਕੋਈ ਕਮੀ ਨਹੀਂ ਹੈ। ਪਰ ਇੱਥੇ ਸਾਨੂੰ ਦੇਖਣਾ ਪੈਂਦਾ ਹੈ ਤੁਹਾਡੇ ਬਾਰੇ, ਭੁੱਖ ਵੀ ਲੱਗ ਗਈ ਹੋਣੀ ਤੁਹਾਨੂੰ ਨਾ, ਇਸ ਲਈ ਅੱਜ ਤੋਂ ਜੀਵਨ 'ਚ ਨਿਯਮ ਬਣਾਉਣੇ। ਇਸ ਲਈ ਹੁਣ ਆਖਰਲੇ ਵਚਨਾਂ 'ਚ ਇਹੀ ਕਹਿਣਾ ਹੈ, ਪਹਿਲਾਂ ਕਹਿ ਦਿਓ ਕਿ ਮੈਂ ਬਹੁਤ ਜਰਾ ਖੁਸ਼ੀ ਨਾਲ ਕਹਿ ਕੇ ਦੇਖੋ, ਫਿਰ ਅੰਦਰ ਦੇਖੋ ਫੀਲ ਕੀ ਹੁੰਦਾ ਹੈ। ਜਦੋਂ ਤੁਸੀਂ ਖੁਸ਼ੀ ਦੀ ਗੱਲ ਕਰਦੇ ਹੋ ਅੰਦਰ ਖੁਸ਼ੀ ਹੁੰਦੀ ਹੈ ਕਿ ਨਹੀਂ? ਕਿਉਂਕਿ ਅਸੀਂ ਦੱਸਿਆ ਹੈ ਕਿ ਅੱਜ ਮਨੋਵਿਗਿਆਨ ਨੇ ਰਿਸਰਚ ਕੀਤੀ ਹੈ, ਰਿਸਰਚ ਕਰਕੇ ਉਹਨਾਂ ਨੇ, ਜਿੱਦਾਂ ਵਿਗਿਆਨ ਕੋਈ ਵੀ ਰਿਸਰਚ ਕਰਦਾ ਹੈ ਨਾ, ਚਾਹੇ ਉਹ ਸੂਰਜ ਬਾਰੇ ਹੋਵੇ, ਚਾਹੇ ਉਹ ਧਰਤੀ ਬਾਰੇ ਹੋਵੇ, ਚੰਦਰਮੇ ਬਾਰੇ ਹੋਵੇ, ਪਾਣੀ ਬਾਰੇ ਹੋਵੇ, ਪੇੜ ਪੌਦਿਆਂ ਬਾਰੇ ਹੋਵੇ, ਉਹ ਬੜੀ ਖੋਜਬੀਨ ਕਰਕੇ ਨਾ ਫਿਰ ਰਿਸਰਚ ਕਰਕੇ ਰਿਜ਼ਲਟ ਕੱਢਦੇ ਉਹਦਾ, ਆਹ ਚੀਜ਼ ਇੱਦਾਂ ਹੈ। ਇੱਦਾਂ ਹੀ ਇਹ ਵੀ ਇੱਕ ਰਿਸਰਚ ਹੋਈ ਹੈ, ਮਨੋਵਿਗਿਆਨ ਨੇ ਕੀਤੀ ਹੋਈ ਹੈ। ਕਿਹੜੀ ਰਿਸਰਚ? ਕਿ ਬੰਦਾ ਜਿਸ ਚੀਜ਼ ਤੇ ਧਿਆਨ ਦਿੰਦਾ ਹੈ ਨਾ, ਉਹੀ ਚੀਜ਼ ਬੰਦੇ ਜੀਵਨ 'ਚ ਵਧਣੀ ਸ਼ੁਰੂ ਹੋ ਜਾਂਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਦੋਂ ਤੁਸੀਂ ਖੁਸ਼ੀਆਂ ਤੇ ਧਿਆਨ ਦਿੰਦੇ ਹੋ ਤਾਂ ਤੁਹਾਡੇ ਜੀਵਨ 'ਚ ਖੁਸ਼ੀਆਂ ਵੱਧਦੀਆਂ ਚਲੀਆਂ ਜਾਂਦੀਆਂ। ਜਦੋਂ ਦੁੱਖ ਤੇ ਧਿਆਨ ਦਿੰਦੇ ਹੋ ਤਾਂ ਤੁਹਾਡੇ ਜੀਵਨ 'ਚ ਦੁੱਖ ਵੱਧਦੇ ਚਲੇ ਜਾਂਦੇ। ਹੁਣ ਤੁਸੀਂ ਕਹਿੰਦੇ ਜੀ ਉਹ ਕਿੱਦਾਂ? ਹੁਣ ਇੱਥੇ ਹੁਣੇ ਤੁਸੀਂ ਸੋਚ ਕੇ ਦੇਖੋ ਕਿ ਤੁਹਾਡੇ ਨਾਲ ਕੀ ਕੀ ਬੁਰਾ ਹੋਇਆ, ਉਹਦੇ ਬਾਰੇ ਸੋਚੋ। ਇੱਕ ਗੱਲ ਨੂੰ ਸੋਚਦਿਆਂ ਕਈ ਹੋਰ ਗੱਲਾਂ ਵੀ ਯਾਦ ਆ ਜਾਣਗੀਆਂ, ਉਹ ਵੀ ਬੁਰਾ ਹੋਇਆ ਸੀ, ਉਹ ਵੀ ਬੁਰਾ ਹੋਇਆ ਸੀ, ਉਹ ਵੀ ਬੁਰਾ ਹੋਇਆ ਸੀ, ਉਹ ਵੀ ਬੁਰਾ ਹੋਇਆ ਸੀ। ਯਾਨੀ ਇੱਕ ਬੁਰੀ ਗੱਲ ਯਾਦ ਕਰਦੇ ਆ ਮਗਰ ਲੜੀ ਲੱਗ ਜਾਏਗੀ ਕਿ ਨਹੀਂ?
ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਇਹਨੂੰ ਰਿਸਰਚ ਇਦਾਂ ਵੀ ਕਰ ਸਕਦੇ ਕਿ YouTube ਤੇ ਤੁਸੀਂ ਇੱਕ ਗਾਣਾ ਲੱਭ ਲਓ ਨਾ, ਉਹਦੇ ਨਾਲ ਦੇ ਰਲਦੇ ਮਿਲਦੇ ਹੋਰ ਕਈ ਗਾਣੇ ਮਗਰ ਨਿਕਲ ਜਾਣੇ, ਆਪਣੇ ਆਪ ਹੀ ਆਈ ਜਾਣੇ। ਸਮਝਦੇ ਹੋ? ਇਹ ਸੱਚਾਈ ਹੈ ਕਿ ਜਿਹੜੀ ਚੀਜ਼ ਵੱਲ ਸਾਡਾ ਧਿਆਨ ਜਾਂਦਾ ਨਾ, ਉਹੀ ਚੀਜ਼ ਸਾਡੇ ਜੀਵਨ 'ਚ ਵਧਣੀ ਸ਼ੁਰੂ ਹੋ ਜਾਂਦੀ ਹੈ। ਹੁਣ ਜੇ ਤੁਸੀਂ ਸੋਚੋ ਕਿ ਮੈਂ ਕਦੋਂ ਸਭ ਤੋਂ ਜ਼ਿਆਦਾ ਖੁਸ਼ ਹੋਇਆ ਸੀ ਜਾਂ ਮੇਰੇ ਜੀਵਨ 'ਚ ਕਿੰਨੀਆਂ ਖੁਸ਼ੀਆਂ ਹੈ, ਤਾਂ ਫਿਰ ਜ਼ਰਾ ਸੋਚੋ। ਜਦੋਂ ਖੁਸ਼ੀਆਂ ਬਾਰੇ ਸੋਚੋਗੇ ਤਾਂ ਫਿਰ ਕਿਹੜੀ ਕਿਹੜੀ ਅੰਦਰ ਗੱਲ ਆਏਗੀ, ਇੱਥੇ ਵੀ ਖੁਸ਼ ਸੀ, ਇੱਥੇ ਵੀ ਖੁਸ਼ ਸੀ। ਤੁਸੀਂ ਜਿੰਨੀਆਂ ਵੀ ਖੁਸ਼ੀਆਂ ਨਾ, ਸਾਰੀਆਂ ਚੀਜ਼ਾਂ ਬਾਰੇ ਸੋਚਣਾ ਤੁਸੀਂ ਸ਼ੁਰੂ ਕਰ ਦੇਣਾ, ਕਿਉਂਕਿ ਇਹ ਮਨ ਹੈ। ਜਿੱਦਾਂ ਕਬੀਰ ਸਾਹਿਬ ਨੇ ਕਿਹਾ, ਕਬੀਰ ਮਨੁਆ ਏਕ ਹੈ, ਚਾਹੇ ਜਹਾਂ ਲਗਾਏ, ਚਾਹੇ ਹਰੀ ਕਾ ਭਜਨ ਕਰ, ਚਾਹੇ ਵਿਸ਼ੇ ਕਮਾਏ। ਉਹ ਕਹਿੰਦੇ ਮਨ ਤੇਰੇ ਇੱਕੋ ਹੀ ਨੂੰ ਇੱਕ ਪਾਸੇ ਲਾ ਸਕਦਾ, ਤੂੰ ਜਿੱਧਰ ਮਰਜ਼ੀ ਲਾ ਦੇ, ਚਾਹੇ ਬੁਰਾਈ ਵਾਲੇ ਪਾਸੇ ਲਾ ਦੇ, ਚਾਹੇ ਅੱਛਾਈ ਵਾਲੇ ਪਾਸੇ ਲਾ ਦੇ। ਬੋਲੋ ਸਮਝਦੇ ਹੋ ਕਿ ਨਹੀਂ? ਔਰ ਫਿਰ ਇੱਕ ਗੱਲ ਕਵਾਂਗੇ ਕਿ ਅਗਰ ਤੁਹਾਡੇ ਅੰਦਰ ਕੋਈ ਕਮੀ ਹੈ, ਕੋਈ ਬੁਰੀ ਆਦਤ ਹੈ, ਤਾਂ ਕਦੀ ਇਹ ਨਾ ਸੋਚੋ ਕਿ ਮੇਰੀ ਬੁਰੀ ਆਦਤ ਛੁੱਟਦੀ ਨਹੀਂ ਹੈ ਜਾਂ ਮੈਂ ਕਿੱਦਾਂ ਬੁਰੀ ਆਦਤ ਛੱਡਾਂ। ਨਹੀਂ, ਬਲਕਿ ਆਪਣੇ ਆਪ ਨੂੰ ਰੱਖਿਆ ਕਰੋ ਕਿ ਮੈਂ ਇਹ ਜ਼ਿੰਦਗੀ 'ਚ ਸ਼ਕਤੀਸ਼ਾਲੀ ਹਾਂ, ਮੈਨੂੰ ਮੇਰੇ ਮਾਲਿਕ ਨੇ ਪੈਦਾ ਕੀਤਾ ਹੈ, ਮੈਂ ਕਮਜ਼ੋਰ ਨਹੀਂ ਹੈ ਕਿ ਕੋਈ ਵੀ ਬੁਰੀ ਆਦਤ ਮੇਰੇ ਤੇ ਹਾਵੀ ਨਹੀਂ ਹੋ ਸਕਦੀ। ਮੈਂ ਹਰ ਬੁਰੀ ਆਦਤ ਨੂੰ ਛੱਡ ਸਕਦਾ ਕਿਉਂਕਿ ਮੇਰੇ 'ਚ ਇਹ ਸ਼ਕਤੀ ਹੈ। ਜਦੋਂ ਇਨਸਾਨ ਆਪਣੇ ਆਪ ਨੂੰ ਇਹ ਸੋਚਦਾ ਹੈ ਨਾ, ਤਾਂ ਬੰਦਾ ਫਿਰ ਹਰ ਬੁਰੀ ਆਦਤ ਨੂੰ ਹੌਲੀ ਹੌਲੀ ਛੱਡਦਾ ਚਲਾ ਜਾਂਦਾ ਹੈ। ਇਹ ਸਮਝਣਾ ਜ਼ਰਾ ਸਾਰਿਆਂ ਨੇ। ਤਾਂ ਜੇ ਬੰਦਾ ਸੋਚੇ ਕਿ ਹਾਏ ਮੇਰੇ ਤੋਂ ਛੁੱਟਦਾ ਨਹੀਂ, ਮੇਰੇ ਤੋਂ ਛੁੱਟਦਾ ਨਹੀਂ, ਮੈਂ ਛੱਡ ਹੀ ਨਹੀਂ ਸਕਦਾ, ਤਾਂ ਫਿਰ ਅਸੀਂ ਆਪਣੇ ਆਪ ਨੂੰ ਇੰਨਾ ਕਮਜ਼ੋਰ ਕਰ ਲੈਂਦੇ ਹਾਂ ਕਿ ਕੋਈ ਵੀ ਚੀਜ਼ ਹੈ ਉਹ ਸਾਡੇ ਵਾਸਤੇ ਛੱਡਣੀ ਮੁਸ਼ਕਿਲ ਹੋ ਜਾਂਦੀ ਹੈ। ਇਸ ਲਈ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ। ਅੱਛਾਈ ਵੱਲ ਧਿਆਨ ਦਿਓ। ਅੱਛੇ ਬਾਰੇ ਸੋਚਾਂਗੇ ਤਾਂ ਤੁਹਾਡੇ ਜੀਵਨ 'ਚ, ਜਿੱਦਾਂ ਹੁਣ ਆਪਾਂ ਤੁਹਾਨੂੰ ਕਿਹਾ ਕਿ ਥਿੰਕ ਬਿਗ ਥਿੰਕ ਗੁੱਡ, ਅੱਛਾ ਸੋਚੋ ਕਿ ਮੈਂ ਅੱਛਾ ਕੀ ਕਰ ਸਕਦਾ ਹਾਂ। ਹੁਣ ਇੱਥੇ ਬੈਠੇ ਬੈਠੇ ਸੋਚਣਾ ਕਿ ਮੈਂ ਅੱਛਾ ਕੀ ਕਰ ਸਕਦਾ ਹਾਂ, ਇਹਨਾਂ ਹੱਥਾਂ ਨਾਲ ਮੈਂ ਅੱਛਾ ਕੀ ਕਰ ਸਕਦਾ ਹਾਂ, ਇਹ ਜ਼ੁਬਾਨ ਨਾਲ ਮੈਂ ਅੱਛਾ ਕੀ ਕਰ ਸਕਦਾ ਹਾਂ, ਆਪਣੇ ਇਹ ਜੀਵਨ 'ਚ ਮੈਂ ਅੱਛਾ ਕੀ ਕਰ ਸਕਦਾ ਹਾਂ। ਜਦੋਂ ਤੁਸੀਂ ਇਹਦੇ ਬਾਰੇ ਸੋਚਿਆ ਨਾ, ਤਾਂ ਅੰਦਰੋਂ ਤੁਹਾਨੂੰ ਜਵਾਬ ਆਣੇ ਸ਼ੁਰੂ ਹੋ ਜਾਣੇ ਕਿ ਤੂੰ ਅੱਛਾ ਕੀ ਕਰ ਸਕਦਾ ਹੈ। ਕਿਉਂਕਿ ਸਾਡਾ ਮਨ ਇਦਾਂ ਦਾ ਰੱਬ ਨੇ ਬਣਾਇਆ ਹੈ ਕਿ ਜੋ ਇਹਦੇ ਕੋਲ ਪੁੱਛਣਾ ਹੈ ਨਾ, ਇਹਨਾਂ ਉਹਦੇ ਬਾਰੇ ਦੱਸਣਾ ਸ਼ੁਰੂ ਕਰ ਦੇਣਾ ਹੈ। ਸਮਝਦੇ ਹੋ ਕਿ ਨਹੀਂ ਤੁਸੀਂ? ਹੁਣ ਇੱਕ ਬੰਦਾ ਸੋਚਦਾ ਮੈਂ ਆ ਬੈਂਕ 'ਚ ਚੋਰੀ ਕਿੱਦਾਂ ਕਰ ਸਕਦਾ, ਤਾਂ ਮਨ ਨੇ ਉਹਦੇ ਬਾਰੇ ਦੱਸਣਾ ਸ਼ੁਰੂ ਕਰ ਦੇਣਾ, ਆ ਵੀ ਇਦਾਂ ਵੀ ਹੋ ਸਕਦੀ ਹੈ, ਇਦਾਂ ਵੀ ਹੋ ਸਕਦੀ, ਆਈਡੀਆ ਮਿਲਣੇ ਸ਼ੁਰੂ ਹੋ ਜਾਣੇ। ਤੇ ਇੱਕ ਬੰਦਾ ਸੋਚਦਾ ਮੈਂ ਕਿਸੇ ਦਾ ਭਲਾ ਕਿੱਦਾਂ ਕਰ ਸਕਦਾ ਹਾਂ, ਆ ਮੁਸ਼ਕਿਲਾਂ 'ਚੋਂ ਕਿੱਦਾਂ ਨਿਕਲ ਸਕਦਾ ਹਾਂ, ਤਾਂ ਫਿਰ ਮਨ ਨੇ ਉਹ ਆਈਡੀਆ ਦੇਣੇ ਸ਼ੁਰੂ ਕਰ ਦੇਣੇ ਕਿ ਇਦਾਂ ਤੂੰ ਆਹ ਕੰਮ ਕਰ ਸਕਦਾ ਹੈ, ਇਦਾਂ ਮੁਸ਼ਕਿਲ 'ਚੋਂ ਨਿਕਲ ਸਕਦਾ ਹੈ। ਇਸ ਲਈ ਇਹ ਦੇਖਣਾ ਹੈ ਕਿ ਮੈਂ ਅੱਛਾ ਸੋਚਣਾ ਹੈ ਤਾਂ ਕਿ ਹਮੇਸ਼ਾ ਮੈਂ ਅੱਗੇ ਵਧਾਂ। ਔਰ ਬਲ ਮੰਗਣਾ ਹੈ ਆਪਣੇ ਮਾਲਿਕ ਤੋਂ ਕਿ ਐ ਮੇਰੇ ਮਾਲਿਕ, ਮੈਂ ਅੱਛਾ ਕਰਨਾ ਚਾਹੁੰਦਾ ਹਾਂ, ਮੈਨੂੰ ਕਾਮਯਾਬੀ ਦੇ, ਮੈਨੂੰ ਸਫਲਤਾ ਦੇ, ਤਾਂ ਕਿ ਮੈਂ ਚ ਕਾਮਯਾਬ ਹੋ ਸਕਾਂ। ਸਮਝਦੇ ਹੋ ਕਿ ਨਹੀਂ? ਇਹਨੂੰ ਇੱਕ ਮਿਸਾਲ ਦੇ ਕੇ ਸਮਝਾਈਏ। ਹੁਣ ਫਰਜ਼ ਕਰੋ ਤੁਸੀਂ ਹੁਸ਼ਿਆਰਪੁਰ ਜਾਣਾ ਹੋਵੇ, ਕੋਈ ਤੁਹਾਨੂੰ ਪੁੱਛਦਾ ਹੈ, ਹੁਣ ਸਮਝ ਲਓ ਇੱਕ ਆਦਮੀ ਤੁਹਾਨੂੰ ਪੁੱਛ ਰਿਹਾ ਕਿ ਤੂੰ ਮੈਂ ਹੁਸ਼ਿਆਰਪੁਰ ਜਾਣਾ, ਕਿੱਦਾਂ ਜਾਣਾ, ਤੁਸੀਂ ਕੀ ਦੱਸੋਗੇ ਉਹਨੂੰ? ਕਿ ਭਾਈ ਹੁਸ਼ਿਆਰਪੁਰ ਜਾਣਾ ਜਾਂ ਤਾਂ ਬੱਸ ਫੜ ਲੈ, ਬੋਲੋ ਸਮਝਦੇ ਹੋ ਕਿ ਨਹੀਂ, ਜਾਂ ਟ੍ਰੇਨ ਪਕੜ ਲੈ, ਜਾਂ ਫਿਰ ਆਪਣੀ ਗੱਡੀ ਮੋਟਰਸਾਈਕਲ ਤੇ ਚਲੇ ਜਾ, ਇੱਥੋਂ ਜੰਡੂ ਸਿੰਘ ਚਲ ਜਾਏ, ਜੰਡੂ ਸਿੰਘ ਤੋਂ ਆਦਮਪੁਰ, ਆਦਮਪੁਰ ਤੋਂ ਕਠਾਰ, ਫਿਰ ਹੁਸ਼ਿਆਰਪੁਰ, ਇੱਦਾਂ ਦੱਸੋਗੇ ਨਾ। ਤਾਂ ਜੇ ਹੁਣ ਕੋਈ ਤੁਹਾਨੂੰ ਪੁੱਛਦਾ ਹੈ ਕਿ ਮੈਂ ਦਿੱਲੀ ਜਾਣਾ ਹੈ, ਤਾਂ ਫਿਰ ਤੁਸੀਂ ਉਹਨੂੰ ਕੀ ਕਹੋਗੇ? ਪਹਿਲਾਂ ਬੱਸ ਪਕੜ, ਜੰਡੂ ਸਿੰਘੇ ਪਹੁੰਚ, ਆਦਮਪੁਰ ਪਹੁੰਚ, ਫਿਰ ਹੁਸ਼ਿਆਰਪੁਰ ਪਹੁੰਚ ਜਾਏਗਾ। ਉਹ ਕਹਿਣਾ ਭਾਈ ਮੈਂ ਦਿੱਲੀ ਜਾਣਾ ਚਾਹੁੰਦਾ, ਇਹ ਮੈਨੂੰ ਕਿੱਥੇ ਦੱਸਣ ਲੱਗਾ ਹੈ। ਫਿਰ ਤੁਸੀਂ ਕੀ ਦੱਸੋਗੇ? ਫਿਰ ਤੁਸੀਂ ਦੱਸਣਾ ਆ ਜਲੰਧਰ ਹੈ, ਜਲੰਧਰ ਤੋਂ ਫਗਵਾੜਾ, ਫਗਵਾੜੇ ਤੋਂ ਲੁਧਿਆਣੇ, ਲੁਧਿਆਣੇ ਤੋਂ ਅੰਬਾਲਾ, ਅੰਬਾਲੇ ਤੋਂ ਕਰਨਾਲ, ਫਿਰ ਦਿੱਲੀ। ਤਾਂ ਹੁਣ ਜੇ ਕੋਈ ਤੁਹਾਨੂੰ ਪੁੱਛੇ ਮੈਂ ਅਮਰੀਕਾ ਜਾਣਾ, ਫਿਰ ਤੁਸੀਂ ਕੀ ਕਹੋਗੇ? ਜ਼ਰਾ ਗੌਰ ਕਰਨਾ। ਜੇ ਕੋਈ ਪੁੱਛੇ ਮੈਂ ਕੈਨੇਡਾ ਜਾਣਾ ਹੈ, ਕਿਉਂਕਿ ਜਿਹੜੀ ਚੀਜ਼ ਦਾ ਤੁਹਾਡੇ ਕੋਲ ਕਿਸੇ ਨੇ ਪੁੱਛਣਾ ਹੈ ਨਾ, ਤੁਸੀਂ ਜਵਾਬ ਵੀ, ਰਸਤਾ ਵੀ ਉਹੀ ਦਿਖਾਣਾ ਉਹਨੂੰ ਕਿ ਆਹ ਕਰ ਲੈ, ਏਦਾਂ ਇਹ ਦੱਸਣਾ ਕੀ ਚਾਹੁੰਦੇ। ਇਸੇ ਤਰ੍ਹਾਂ ਜਿੱਦਾਂ ਕਿ ਇੱਕ ਆਦਮੀ ਤੁਹਾਨੂੰ ਪੁੱਛੇ, ਹੁਣ ਸਮਝ ਲਓ ਕਿ ਤੁਸੀਂ ਆਪਣੇ ਮਨ ਨੂੰ ਪੁੱਛਦੇ ਹੋ ਮੈਂ ਹੁਸ਼ਿਆਰਪੁਰ ਜਾਣਾ ਹੈ, ਤਾਂ ਮਨ ਨੇ ਰਸਤਾ ਦਿਖਾਣਾ ਸ਼ੁਰੂ ਕਰ ਦੇਣਾ। ਫਿਰ ਤੁਸੀਂ ਆਪਣੇ ਮਨ ਨੂੰ ਯਾਰ ਮੈਂ ਆਗਰੇ ਜਾਣਾ ਚਾਹੁੰਦਾ ਹਾਂ, ਫਿਰ ਫੜ ਲਓ ਬੱਸ, ਫੜ ਲਓ ਟ੍ਰੇਨ, ਪਹੁੰਚ ਜਾਓ ਆਗਰੇ। ਇਸੇ ਤਰ੍ਹਾਂ ਜਦੋਂ ਇਨਸਾਨ ਸੋਚਦਾ ਹੈ ਨਾ, ਐ ਮੇਰੇ ਮਾਲਿਕ ਮੈਂ ਕਾਮਯਾਬ ਹੋਣਾ ਚਾਹੁੰਦਾ, ਮੈਂ ਅੱਛਾ ਇਨਸਾਨ ਬਣਨਾ ਚਾਹੁੰਦਾ ਹਾਂ, ਮੈਂ ਹਰ ਨਸ਼ੇ ਤੋਂ ਮੁਕਤ ਹੋਣਾ ਚਾਹੁੰਦਾ ਹਾਂ, ਮੈਂ ਹਰ ਬੁਰਾਈ ਤੋਂ ਮੁਕਤ ਹੋਣਾ ਚਾਹੁੰਦਾ, ਮੈਂ ਜੀਵਨ 'ਚ ਕਾਮਯਾਬ ਹੋਣਾ ਚਾਹੁੰਦਾ, ਮੈਨੂੰ ਰਸਤਾ ਦਿਖਾ। ਤਾਂ ਵੇ ਮਾਲਿਕ ਦੀ ਰਹਿਮਤ ਸਾਨੂੰ ਰਸਤਾ ਵੀ ਦਿਖਾਣਾ ਸ਼ੁਰੂ ਕਰ ਦਿੰਦੀ ਹੈ। ਹੁਣ ਤੁਹਾਡੇ ਜੀਵਨ 'ਚ ਕੋਈ ਰੋਗ ਹੈ ਨਾ, ਬਿਮਾਰੀ ਹੈ, ਤਾਂ ਤੁਸੀਂ ਇਹ ਨਾ ਸੋਚੋ ਹਾਏ ਪਤਾ ਨਹੀਂ ਇਹ ਦੁੱਖ ਨੇ ਮੇਰੀ ਜਾਨ ਲੈ ਕੇ ਜਾਣੀ, ਨਹੀਂ, ਬਲਕਿ ਵਿਸ਼ਵਾਸ ਰੱਖੋ, ਥਿੰਕ ਬਿਗ, ਬੜਾ ਸੋਚਣਾ ਹੈ, ਔਰ ਥਿੰਕ ਗੁੱਡ, ਅੱਛਾ ਸੋਚਣਾ ਹੈ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਯਕੀਨ ਹੈ, ਮੇਰੇ ਹਰ ਦੁੱਖ ਦਾ ਹੱਲ ਹੋਏਗਾ, ਮੇਰੀ ਹਰ ਮੁਸ਼ਕਿਲ ਦਾ ਹੱਲ ਹੋਏਗਾ, ਮੈਨੂੰ ਕਾਮਯਾਬੀ ਮਿਲੇਗੀ, ਮੈਨੂੰ ਸਫਲਤਾ। ਇਹਨੂੰ ਤਾਂ ਕਹਿੰਦੇ ਵਿਸ਼ਵਾਸ, ਇਹਨੂੰ ਤਾਂ ਕਹਿੰਦੇ ਯਕੀਨ ਆਪਣੇ ਮਾਲਿਕ ਤੇ।
ਸੋ ਯਕੀਨ ਰੱਖੋਗੇ ਕਿ ਨਹੀਂ? ਫਿਰ ਕਹਿ ਦਿਓ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ। ਔਰ ਇੱਕ ਗੱਲ ਹੋਰ ਕਹਿਣੀ, ਦਿਲੋਂ ਕਹਿਣੀ ਹੈ। ਫਿਰ ਜਿਹਦੇ ਕਿਤੇ ਮਾੜੀ ਮੋਟੀ ਦਰਦ ਹੋਵੇ ਨਾ, ਫੀਲ ਕਰਿਓ। ਫਿਰ ਹੈ ਕਿਸੇ ਦਾ ਕੋਈ ਦਰਦ, ਮਾੜੀ ਮੋਟੀ ਪੀੜਾ, ਗੋਡੇ ਕਮਰ ਕਿਤੇ ਹੈ, ਤਾਂ ਫਿਰ ਕਹਿ ਦਿਓ ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਇਹ ਵਿਸ਼ਵਾਸ ਨਾਲ ਕਿਹਾ ਨਾ ਤੁਸੀਂ, ਤੁਹਾਨੂੰ ਫੀਲ ਹੋਏਗਾ। ਬੋਲੋ ਸਮਝਦੇ ਹੋ ਕਿ ਨਹੀਂ? ਤੁਹਾਨੂੰ ਫੀਲ ਹੋਏਗਾ ਕਿ ਜਦੋਂ ਇਹ ਵਿਸ਼ਵਾਸ ਨਾਲ ਕਹਿੰਦੇ ਆ ਨਾ, ਕਿਉਂਕਿ ਹਮੇਸ਼ਾ ਦੱਸੀਦਾ ਕਿ ਜਿਹੜਾ ਸਾਨੂੰ ਬਣਾ ਸਕਦਾ ਹੈ, ਸਾਨੂੰ ਜ਼ਿੰਦਗੀ ਦੇ ਸਕਦਾ, ਜੇ ਮਾੜੇ ਮੋਟੇ ਅਸੀਂ ਵਿਗੜ ਜਾਈਏ ਜਾਂ ਕੋਈ ਖਰਾਬੀ ਸਾਡੇ ਜੀਵਨ ਚ ਆ ਜਾਵੇ, ਇਹਨੂੰ ਠੀਕ ਵੀ ਉਹ ਕਰ ਸਕਦਾ ਕਿ ਨਹੀਂ? ਕਿਉਂਕਿ ਜਿਹੜਾ ਬਣਾ ਸਕਦਾ ਉਹ ਠੀਕ ਵੀ ਕਰ ਸਕਦਾ ਕਿ ਨਹੀਂ? ਹੁਣ ਤੁਸੀਂ ਕੋਈ ਗੱਡੀ ਖਰੀਦਦੇ ਹੋ, ਚ ਕੋਈ ਨੁਕਸ ਆ ਜਾਵੇ, ਤੁਸੀਂ ਕਿਹਕੋ ਲੈ ਕੇ ਜਾਂਦੇ ਹੋ? ਏਜੰਸੀ ਕੋ ਲੈ ਕੇ ਜਾਂਦੇ ਹੋ, ਕਿਉਂਕਿ ਤੁਹਾਨੂੰ ਪਤਾ ਜਿਹੜੀ ਏਜੰਸੀ ਗੱਡੀ ਬਣਾ ਸਕਦੀ, ਕੰਪਨੀ, ਇਹਨੂੰ ਠੀਕ ਵੀ ਕਰ ਸਕਦੀ ਕਿ ਨਹੀਂ? ਚਾਹੇ ਸਕੂਟਰੀ ਹੋਵੇ, ਚਾਹੇ ਘੜੀ ਹੋਵੇ, ਟੀਵੀ ਹੋਵੇ। ਜੇ ਹੁਣ ਕਿਸੇ ਕੋਲ LG ਜਾਂ ਸੈਮਸੰਗ ਦਾ ਟੀਵੀ ਹੈ ਤਾਂ ਉਹ ਕਹਿੰਦਾ ਕੰਪਨੀ ਵਾਲੇ ਨੂੰ ਫੋਨ ਕਰੋ ਭਾਈ, ਕਿਉਂਕਿ ਜੇ ਖਰਾਬ ਹੋ ਗਿਆ ਇਹਨੂੰ ਠੀਕ ਵੀ ਉਹ। ਹੁਣ ਉਹਨੂੰ ਕਿਉਂ? ਕਿਉਂਕਿ ਪਤਾ ਜਿਹੜੀ ਬਣਾ ਸਕਦੀ ਠੀਕ ਵੀ, ਤਾਂ ਤੁਹਾਨੂੰ ਕਿਹਨੇ ਬਣਾਇਆ ਹੈ? ਕਿਹਨੇ ਬਣਾਇਆ ਤੁਹਾਨੂੰ? ਉਸ ਮਾਲਿਕ ਨੇ ਬਣਾਇਆ ਨਾ, ਉਹ ਪ੍ਰਮਾਤਮਾ ਨੇ ਬਣਾਇਆ, ਪ੍ਰਭੂ ਨੇ ਬਣਾਇਆ ਨਾ। ਤਾਂ ਫਿਰ ਇੰਨਾ ਵੀ ਉੱਤੇ ਯਕੀਨ ਰੱਖੋ, ਜਿਹੜਾ ਮੈਨੂੰ ਬਣਾ ਸਕਦਾ, ਮੈਨੂੰ ਠੀਕ ਵੀ, ਮੈਨੂੰ ਵਿਗੜੇ ਨੂੰ ਠੀਕ ਕਰਨਾ ਉਹਦੇ ਵਾਸਤੇ ਕੋਈ ਬੜੀ ਗੱਲ ਨਹੀਂ ਹੈ। ਬਸ ਉੱਥੇ ਇੱਕ ਵਿਸ਼ਵਾਸ ਹੋਣਾ ਚਾਹੀਦਾ ਹੈ, ਉੱਥੇ ਇੱਕ ਯਕੀਨ ਹੋਣਾ ਚਾਹੀਦਾ ਹੈ। ਇਦਾਂ ਦੀਆਂ ਹਜ਼ਾਰਾਂ ਹੀ ਮਿਸਾਲਾਂ ਅਸੀਂ ਸਤਸੰਗਾਂ 'ਚ ਦੇ ਚੁੱਕੇ ਹਾਂ, ਹਜ਼ਾਰਾਂ ਹੀ ਦੱਸ ਚੁੱਕੇ ਹਾਂ ਕਿ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਇੱਥੇ ਤੱਕ ਕਿ ਜਿਹੜੇ ਆਪ ਖੁਦ ਡਾਕਟਰ ਸੀ ਔਰ ਉਹਨਾਂ ਨੇ ਉਹ ਹਾਦਸੇ ਹੋ ਗਏ ਕਿ ਜਿਹੜੇ ਡਾਕਟਰ ਕਹਿੰਦੇ ਚੱਲ ਨਹੀਂ ਸਕਦੇ, ਅੱਜ ਉਹ ਚੱਲ ਫਿਰ ਰਹੇ ਹੈ। ਕਾਹਦੇ ਕਰਕੇ? ਇੱਕ ਆਪਣੇ ਵਿਸ਼ਵਾਸ ਕਰਕੇ। ਬੋਲੋ ਸਮਝਦੇ ਹੋ ਕਿ ਨਹੀਂ? ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਜਿਹੜਾ ਵਿਸ਼ਵਾਸ ਹੈ ਨਾ, ਮੈਜਿਕ ਤੋਂ ਘੱਟ ਨਹੀਂ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਇੱਕ ਹੋਏ ਬਹੁਤ ਬੜੇ ਰਾਈਟਰ ਕਲਾਊਡ, ਉਹਨਾਂ ਨੇ ਦੱਸਿਆ ਹੈ ਕਿ ਵਿਸ਼ਵਾਸ ਇੱਕ ਸਭ ਤੋਂ ਬੜਾ ਜਾਦੂ ਹੈ। ਅਗਰ ਇਨਸਾਨ ਵਿਸ਼ਵਾਸ ਆਪਣੇ ਰੱਬ ਤੇ ਕਰਨਾ ਸ਼ੁਰੂ ਕਰ ਦੇਵੇ ਤਾਂ ਇਨਸਾਨ ਨੂੰ ਕਾਮਯਾਬੀ, ਸਫਲਤਾ, ਤੰਦਰੁਸਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਹਮੇਸ਼ਾ ਐਸੀ ਦੱਸੀਦਾ ਹੈ ਕਿ ਰੱਬ ਦੀ ਰਹਿਮਤ ਤਾਂ ਹਰ ਜਗ੍ਹਾ ਹੈ, ਪਰਮਾਤਮਾ ਦੀ ਕਿਰਪਾ ਤਾਂ ਹਰ ਜਗ੍ਹਾ ਹੀ ਹੈ। ਬਸ ਉਹਨੂੰ ਪ੍ਰਾਪਤ ਕਰਨ ਦਾ ਇੱਕ ਢੰਗ ਹੁੰਦਾ, ਇੱਕ ਯੁਕਤੀ ਹੁੰਦੀ। ਜਦੋਂ ਉਹ ਯੁਕਤੀ ਨਾਲ ਅਸੀਂ ਜੁੜ ਜਾਂਦੇ ਆ ਨਾ, ਤਾਂ ਫਿਰ ਬੜੀ ਸਹਿਜਤਾ ਨਾਲ ਆਪਣੇ ਰੱਬ ਦੀਆਂ ਰਹਿਮਤਾਂ ਤੱਕ ਅਸੀਂ ਪਹੁੰਚ ਜਾਂਦੇ ਆ। ਕਿਉਂਕਿ ਬੜੇ ਮਾਲਕ ਦੱਸਦੇ ਹੁੰਦੇ ਸੀ ਕਿ ਸੰਤਾਂ ਦੀ ਸੋਹਬਤ ਰੇਲਵੇ ਸਟੇਸ਼ਨ ਦੀ ਤਰ੍ਹਾਂ ਹੈ। ਸਮਝਦੇ ਹੋ ਕਿ ਨਹੀਂ? ਸੰਤਾਂ ਦੀ ਸੋਹਬਤ, ਸੰਗਤ ਕਾਦੀ ਤਰ੍ਹਾਂ ਹੈ? ਰੇਲਵੇ ਸਟੇਸ਼ਨ ਦੀ ਤਰ੍ਹਾਂ। ਕਿਉਂਕਿ ਸੂਬੇਦਾਰ ਹੁਸ਼ਿਆਰ ਸਿੰਘ ਜੀ ਹੁੰਦੇ ਸੀ ਜੋ ਮਾਲਕਾਂ ਦੇ ਨਾਲ ਸੇਵਾਦਾਰ, ਮਾਲਕਾਂ ਨੇ ਯੂਪੀ ਜਾਣਾ ਸੀ, ਟ੍ਰੇਨ 'ਚ ਜਾ ਰਹੇ ਸੀ, ਤਾਂ ਟ੍ਰੇਨ 'ਚ ਬੈਠੇ ਬੈਠੇ ਮਾਲਕਾਂ ਨੇ ਗੱਲ ਕਹੀ ਸੀ ਕਿ ਸੂਬੇਦਾਰ ਜੀ ਨਾਲ 10 ਸੇਵਾਦਾਰ ਹੋਰ ਵੀ ਸੀ ਕਿ ਫਕੀਰਾਂ ਦੀ ਸੋਹਬਤ ਰੇਲਵੇ ਸਟੇਸ਼ਨ ਦੀ ਤਰ੍ਹਾਂ ਹੁੰਦੀ ਹੈ। ਉਹ ਕਹਿੰਦੇ ਮਾਲਕੋ ਇਹ ਸਮਝੇ ਨਹੀਂ। ਤਾਂ ਮਾਲਕਾਂ ਨੇ ਕਿਹਾ ਆ ਬਾਹਰ ਦੇਖੋ, ਟ੍ਰੇਨ ਜਾ ਰਹੀ ਸੀ, ਤਾਂ ਜਦੋਂ ਹੁਣ ਟ੍ਰੇਨ ਜਾਂਦੀ ਤਾਂ ਨਾਲ ਨਾਲ ਪਟਰੀਆਂ ਵੀ ਜਾਂਦੀਆਂ। ਟ੍ਰੇਨ ਪਟਰੀ ਹੁੰਦੀ ਨਾ, ਲਾਈਨ ਹੁੰਦੀ ਹੈ, ਰੇਲਵੇ ਲਾਈਨ, ਉਹ ਵੀ ਨਾਲ ਨਾਲ ਜਾਂਦੀ ਹੈ। ਕਹਿੰਦੇ ਦੇਖੋ ਰੇਲਵੇ ਲਾਈਨ ਇੱਥੇ ਹੈ। ਸੂਬੇਦਾਰ ਜੀ ਕਹਿੰਦੇ ਹੈ। ਕਹਿੰਦੇ ਹੁਣ ਜਿੱਥੇ ਤੱਕ ਅਸੀਂ ਜਾਣਾ ਰੇਲਵੇ ਲਾਈਨ ਹਰ ਜਗ੍ਹਾ ਹੈ, ਪਰ ਜਦੋਂ ਅਸੀਂ ਰੇਲਵੇ ਲਾਈਨ ਦੇਖਦੇ ਹਾਂ ਹਰ ਜਗ੍ਹਾ ਹੀ ਹੈ, ਪਰ ਜਦੋਂ ਅਸੀਂ ਰੇਲ ਫੜਨੀ ਹੋਵੇ ਤਾਂ ਕਿੱਥੇ ਜਾ ਕੇ ਫੜੀ ਦੀ ਹੈ? ਜਵਾਬ ਤੁਸੀਂ ਦੇਣਾ। ਜੇ ਤੁਸੀਂ ਰੇਲ ਤੇ ਬੈਠਣਾ ਹੋਵੇ, ਰਿਜ਼ਰਵੇਸ਼ਨ ਕਰਾਣੀ ਹੋਵੇ, ਰੇਲਵੇ ਸਟੇਸ਼ਨ 'ਚ ਜਾ ਕੇ ਹੀ ਅਸੀਂ ਗੱਡੀ ਦੀ ਟਿਕਟ ਬੁੱਕ ਕਰਾ ਕੇ ਗੱਡੀ 'ਚ ਆਰਾਮ ਨਾਲ ਬੈਠ ਸਕਦੇ ਹਾਂ। ਕਹਿੰਦੇ ਲਾਈਨ ਤਾਂ ਹਰ ਜਗ੍ਹਾ ਹੀ ਹੈ, ਪਰ ਗੱਡੀ ਫੜਨ ਵਾਸਤੇ ਸਾਨੂੰ ਸਟੇਸ਼ਨ ਤੇ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਫਕੀਰਾਂ ਦੀ ਸੋਹਬਤ ਸਟੇਸ਼ਨ ਦੀ ਤਰ੍ਹਾਂ ਅਸੀਂ ਕਿਉਂ ਕਿਹਾ ਕਿ ਰੱਬ ਦੀ ਰਹਿਮਤ ਵੀ ਹਰ ਜਗ੍ਹਾ ਹੀ ਹੈ, ਪਰ ਜੇ ਰੱਬ ਦੀਆਂ ਰਹਿਮਤਾਂ ਦੀ ਗੱਡੀ 'ਚ ਬੈਠਣਾ ਹੈ ਨਾ, ਤਾਂ ਫਿਰ ਸਟੇਸ਼ਨ ਤੇ ਯਾਨੀ ਫਕੀਰਾਂ ਦੀ ਸੋਹਬਤ ਸਤਸੰਗ 'ਚ ਸਾਨੂੰ ਜਾਣਾ ਹੀ ਪੈਂਦਾ ਹੈ। ਉੱਥੇ ਜਾ ਕੇ ਅਸੀਂ ਉਹ ਰਹਿਮਤਾਂ ਦੀ ਗੱਡੀ ਵਿੱਚ ਬੈਠਦੇ ਹਾਂ। ਇਸ ਲਈ ਅੱਜ ਤੁਸੀਂ ਵੀ ਰਹਿਮਤਾਂ ਦੀ ਗੱਡੀ 'ਚ ਬਹਿ ਗਏ ਹੋ। ਬਸ ਉਹਨੂੰ ਵਿਸ਼ਵਾਸ ਰੱਖਣਾ ਹੈ ਕਿ ਜੇ ਅਸੀਂ ਇਹ ਵਿਸ਼ਵਾਸ ਦੀ ਗੱਡੀ 'ਚ ਬੈਠੇ ਆ ਨਾ, ਯਕੀਨ ਰੱਖਣਾ ਕਿ ਸਾਨੂੰ ਖੁਸ਼ੀਆਂ ਦੀ ਮੰਜ਼ਿਲ ਵੀ ਜ਼ਰੂਰ ਮਿਲੇਗੀ। ਤਾਂ ਹੀ ਕਿਹਾ ਵਿਸ਼ਵਾਸ ਰੱਖਣਾ ਕਿ ਮੇਰੇ ਸਾਰੇ ਦੁੱਖ ਦੂਰ, ਕਿਉਂਕਿ ਮੇਰਾ ਮਾਲਿਕ ਮੇਰੇ, ਮੈਨੂੰ ਜ਼ਿੰਦਗੀ ਦੇਣ ਵਾਲਾ, ਮੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ, ਹਰ ਕਦਮ ਤੇ ਮੇਰਾ ਮਾਲਿਕ ਮੇਰੇ ਨਾਲ ਹੈ। ਇਸ ਲਈ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ, ਆਪਣੇ ਆਪ ਨੂੰ ਇਕੱਲੇ ਨਹੀਂ ਸਮਝਣਾ, ਕਿਉਂਕਿ ਤੂੰ ਮੇਰਾ ਰਾਖਾ कहता ना दिलों तुम एक बार कह दिए, फिर सत्संग की समाप्ति करिए कि मेरा मालिक मेरे, मेरा मालिक मेरे
मेरा मालिक मेरे सारे दुख दूर, मेरे सारे दुख दूर, मेरे सारे दुख दूर, मेरियां झोलियां खुशियां नाल, मेरियां झोलियां खुशियां नाल, मेरियां झोलियां खुशियां नाल, मैनू अपने मालिक दे पूरा, मैनू अपने मालिक दे पूरा, मैनू अपने मालिक दे पूरा, मैं बहुत दिलों कहना खुशी दे नाल, मैं बहुत ज्यादा फील करो अंदर खुशी है कि नहीं, लगता कि नहीं खुशी, क्योंकि जदों तुसी कहते हो मेरा मालिक मेरे नाल है, मैं बहुत खुश हाँ, तो फिर कोई छोटी गल नहीं है, क्योंकि ਉਹਦਾ साथ होना ही साडी खुशी का राज है। जिदा फकीरा ने कहा कि मैनू उत्ते भरोसा इसलिए हर पल मैं खुशी नाल जी रहा, क्योंकि हर जगह मेरी रक्षा करने वाला मेरा मालिक मेरे नाल। बस तुसी भी विश्वास रखना, तो आने वाला समा तुहाडे वास्ते भी खुशियां भरिया, कामयाबी भरिया, सफलता भरिया आएगा, और जीवन च कोई तोट, कोई कमी, कोई घाट नहीं कदी आएगी, क्योंकि जिहड़ा अपने मालिक दे भरोसे चल पैंदा है फिर हर कदम ते हर पल ओहदी रहमत ओहदा साथ भी दिंदी है। तां ही तां गुरु रहबरां ने कहा, एक बार फिर कहांगे, पहला भी कह चुके हैं, और अपने अंदरों विश्वास नाल कह दिओ तुसी भी कि तू मेरा राखा, तू मेरा राखा, तू मेरा राखा। हुण जरा हस के दिखा दिओ, बस इन्ना गई थोड़ा होर, बस जिद्दां इस वेले तुहाडे चेहरे ते स्माइल है, इस वेले तुहाडे चेहरे खुश नज़र आ रहे हैं, तुहाडे दिल खुशी नाल भरे हुए है, ਅਸੀਂ यही उस मालिक दे चरणा च अरदास बेनती करांगे कि इदां ही तुहाडे जीवन 'ਚ खुशी बनी रहे, और मालिक इन्नी किरपा करन कि आने वाला समा तुहाडे सब दे वास्ते तंदुरुस्ती भरिया, खुशियां भरिया, कामयाबी सफलता भरिया होवे, तुहानू नेक मार्ग ते चलन दा मालिक बल बख्शे, और इन्नी किरपा करे कि तुहाडी सोच बड़ी हो सके और तुहाडी सोच अच्छी हो सके, तुसी पॉजिटिविटी नाल भरपूर होवो कि जिधर जावो अच्छी सोच ना जावो कि मैं कल्ला नहीं हाँ, मेरा मालिक मेरे नाल है। इस विश्वास नाल तुसी जावो और हर कदम ते तुहानू कामयाबी मिले, सफलता मिले। अगर तुहाडे जीवन च अज कोई तकलीफ दुख परेशानी है तो मालिक तुहाडीआं तकलीफां दुखां परेशानियां नू दूर करन, और आने वाला समा तुहाडे सारिਆਂ वास्ते कामयाबी सफलता भरिया होवे। यही साडी उस मालिक दे चरनां विच अरदास है, बेनती है। और हुण इन्हां वचनां दे नाल ही ਅਸੀਂ ਅੱਜ ਦੇ सत्संग ਦੀ समाप्ति करांगे। पर सत्संग समाप्त ਕਰਨ ਤੋਂ ਪਹਿਲਾਂ याद आ गया कि लड़कियां ने बेनती की है कि 19 तरीक दिन शनिवार बिल्कुल करतारपुर ਦੇ ਨੇੜੇ ਫਤਿਹ ਜਲਾਲ ਇੱਕ ਪਿੰਡ ਪੈਂਦਾ ਹੈ, ਫਤਿਹ ਜਲਾਲ ਹੀ ਹੈ ਨਾ, ਫਤਿਹ ਜਲਾਲ ਇੱਕ ਪਿੰਡ ਪੈਂਦਾ ਹੈ। ਇਹ ਨੌਜਵਾਨ ਸਭਾ ਹੈ, ਇਹਨਾਂ ਨੇ ਰਲ ਕੇ ਉੱਥੇ ਸਤਸੰਗ ਦਾ ਆਯੋਜਨ ਕੀਤਾ ਹੈ। ਅੱਜ ਦੀ 19 ਫਰਵਰੀ ਦਿਨ ਸ਼ਨੀਵਾਰ ਆ ਰਿਹਾ ਹੈ। ਕਰਤਾਰਪੁਰ ਦੇ ਬਿਲਕੁਲ ਨਾਲ ਹੀ 2-2.5 ਕਿਲੋਮੀਟਰ ਹੈ, ਫਤਿਹ ਜਲਾਲ ਪਿੰਡ ਪੈਂਦਾ ਹੈ। ਤਾਂ ਇਹਨਾਂ ਦੀ ਬੇਨਤੀ ਹੈ ਕਮੇਟੀ ਮੈਂਬਰਾਂ ਦੀ ਕਿ ਜਦੋਂ ਅੱਜ ਤੁਸੀਂ ਹੁਮ ਹੁਮਾ ਕੇ ਇੱਥੇ ਪਹੁੰਚੇ ਹੋ, ਕਰਤਾਰਪੁਰ ਤੁਹਾਡੇ ਨੇੜੇ ਹੈ, ਉੱਥੇ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਨੀ। ਔਰ ਜਿੱਦਾਂ ਅੱਜ ਸਤਸੰਗ ਦਾ ਆਨੰਦ ਲਿਆ, ਉੱਥੇ ਹੀ ਪਹੁੰਚ ਕੇ ਸਤਸੰਗ ਦਾ ਆਨੰਦ ਲੈਣਾ। ਔਰ ਉਸ ਦੇ ਨਾਲ ਇਹ ਵੀ ਦੱਸਾਂਗੇ ਕਿ ਆਉਣ ਵਾਲਾ ਜੋ ਐਤਵਾਰ ਹੈ 13 ਤਰੀਕ ਯਾਨੀ 13 ਫਰਵਰੀ ਦਿਨ ਐਤਵਾਰ, ਉਸ ਦਿਨ 11ਵੀਂ ਰੋਜ਼ ਦਾ ਦਿਨ ਹੈ, ਜੋ ਕਿ ਹਰ ਮਹੀਨੇ 11ਵੀਂ ਆਉਂਦੀ ਹੈ। ਤੁਹਾਨੂੰ ਪਤਾ ਹੀ ਹੈ ਕਿ ਇਸ ਵਾਰ ਉਹ 13 ਫਰਵਰੀ ਦਿਨ ਐਤਵਾਰ ਦੀ 11ਵੀਂ ਰੋਜ਼ ਦਰਬਾਰ ਤੇ ਸਰਬਸਜਾ ਦਰਬਾਰ ਕਾਂਟੀਆਂ ਹੁਸ਼ਿਆਰਪੁਰ ਵਿਖੇ ਇਹ ਬੜੀ ਧੂਮਧਾਮ ਨਾਲ ਇਹ ਦਿਨ ਮਨਾਇਆ ਜਾ ਰਿਹਾ ਹੈ। ਇਸ ਲਈ ਜਿੱਦਾਂ ਅੱਜ ਤੁਸੀਂ ਇਸ ਸਤਸੰਗ 'ਚ ਪਹੁੰਚੇ ਹੋ, ਇਸੇ ਤਰ੍ਹਾਂ ਕੋਸ਼ਿਸ਼ ਕਰਨੀ ਕਿ 13 ਫਰਵਰੀ ਦਿਨ ਐਤਵਾਰ ਛੁੱਟੀ ਵਾਲਾ ਦਿਨ ਹੈ, ਸਵੇਰੇ 11 ਵਜੇ ਤੱਕ ਕੋਸ਼ਿਸ਼ ਕਰੋ ਦਰਬਾਰ ਤੇ ਪਹੁੰਚੀਏ ਔਰ ਸਤਸੰਗ ਦੇ ਵਿੱਚ ਪਹੁੰਚ ਕੇ ਮਾਲਕ ਦੀਆਂ ਰਹਿਮਤਾਂ ਨੂੰ ਹਾਸਿਲ ਕਰਕੇ ਆਪਣਾ ਜੀਵਨ ਸਫਲ ਬਣਾਈਏ। और वैसे भी दसीदा है कि हर मर्ज का इलाज नहीं मिलता दवा खाने में, कुछ मर्ज मिट जाते हैं फकीरों के पास आने में। कि जे बंदा सोचे हर बीमारी का इलाज दवाई खाण नाल ही होना है या डॉक्टरां को जानना ही होना, तो कहते कुछ मर्ज इदां दे हुंदे जिहड़े फकीरां दे कोल बह के ही फकीरां दी सोबत जाके ही बंदे दे मिट जाते हैं। इसलिए ਜਦੋਂ इंसान प्रेम शरदा ਦੇ ਨਾਲ ਚੱਲ ਕੇ सत्संग ਵਿੱਚ ਜਾਂਦਾ ਹੈ ਤਾਂ ਵੈਸੇ ਵੀ ਕਿਹਾ ਗਿਆ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ, ਕਿ ਜਿੱਥੇ ਸਤਸੰਗ ਹੈ ਉੱਥੇ ਹਰੀ ਪ੍ਰਭੂ ਦਾ ਵਾਸ ਹੈ। ਸੋ ਕੋਸ਼ਿਸ਼ ਕਰਨੀ ਹੈ ਕਿ 13 ਤਰੀਕ ਦਿਨ ਐਤਵਾਰ ਨੂੰ ਸਰਬ ਸਾਂਝਾ ਦਰਬਾਰ ਕੰਟੀਆਂ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਤੁਸੀਂ ਵੀ 11ਵੀਂ ਰੋਜ਼ ਦੇ ਦਿਨ ਦਰਬਾਰ ਤੇ ਹਾਜ਼ਰੀ ਲਗਾਓ, ਸਤਸੰਗ ਵਿੱਚ ਪਹੁੰਚੋ ਔਰ ਮਾਲਕ ਦੀਆਂ ਰਹਿਮਤਾਂ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ, ਰਹਿਮਤਾਂ ਨਾਲ ਭਰਪੂਰ ਕਰਕੇ ਫਿਰ ਖੁਸ਼ੀ-ਖੁਸ਼ੀ ਘਰਾਂ ਨੂੰ ਆਓ। ਸੋ ਯਾਦ ਰੱਖਣਾ ਇੱਕ 19 ਤਰੀਕ और दूसरा 13 तरीक दिन ऐतवार। सो कोशिश करना कि सत्संग में जरूर पहुँचो और पहुँच के मालिक दे घर दी रहमतां प्राप्त करके अपना जीवन सफल बनाओ। और फिर कह दईए मैं बहुत, क्योंकि खुशी देख के ना तुहाडे चेहरे ते सानू बहुत खुशी होती है, इस करके फिर कहांगे एक बार हंस के दिखा दिओ सानू। चलो बहुत अच्छी गल है, बस ये स्माइल है, खुशी हमेशा तुहाडे जीवन च बनी रहे। इन्हां वचनां दे नाल ही ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ।
वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।